ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਇਸ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। ਔਰ ਜਿਸ ਤਰੀਕੇ ਦੇ ਨਾਲ ਸਾਰੇ ਅਸੀਂ ਮੈਂ ਕਹਾਂਗਾ ਇੱਕ ਗੁਰਸਿੱਖਾਂ ਦੀ ਜੋ ਇੱਕ ਕਲਾਸ ਬਣੀ ਪਈ ਹੈ, ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਹਰ ਦਿਨ ਹਰ ਪਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਮਨਾਂ ਨੂੰ ਉਸ ਪਾਸੇ ਲੈ ਕੇ ਚੱਲੀਏ। ਤੇ ਅੱਜ ਸਾਡੇ ਵੀਰ ਭਾਈ ਸਤਵੰਤ ਸਿੰਘ ਜੀ, ਜੋ ਕਿ ਭਾਈ ਗੁਰਦਾਸ ਮਿਸ਼ਨਰੀ ਕਾਲਜ ਤੋਂ ਜਿਨ੍ਹਾਂ ਨੇ ਸਟੱਡੀ ਵੀ ਕੀਤੀਆਂ ਔਰ ਇੱਕ ਸਾਡੇ ਯੁਵਾ ਮੈਂ ਕਹਾਂ ਪ੍ਰਚਾਰਕ ਹੈਗੇ, ਤੇ ਉਹਨਾਂ ਨੂੰ ਜੀ ਆਇਆਂ ਨੂੰ ਵੀਰ ਜੀ। ਤੇ ਅੱਜ ਦਾ ਜੋ ਤੁਹਾਡਾ ਇਹ ਟੌਪਿਕ ਜਿਹੜਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ। ਹੁਣ ਇਹਦੇ ਵਿੱਚ ਦੀ ਡੈਫੀਨੇਸ਼ਨ ਆਫ ਸਤਿਗੁਰੂ ਐਂਡ ਡੈਫੀਨੇਸ਼ਨ ਆਫ ਸਿੱਖ, ਔਰ ਸਿੱਖ ਔਰ ਸਤਿਗੁਰੂ ਦੀ ਇਸ ਡੈਫੀਨੇਸ਼ਨ ਵਿੱਚੋਂ ਨਿਕਲ ਕੇ ਕਿਸ ਤਰ੍ਹਾਂ ਦੇ ਨਾਲ ਪ੍ਰਤਿਪਾਲਤਾ ਕਰਦਾ ਹੈ ਉਹ ਮੇਰਾ ਗੁਰੂ, ਉਹਦੇ ਵਿੱਚ ਸਾਨੂੰ ਸਾਡੇ ਵੀਰ ਸਤਵੰਤ ਸਿੰਘ ਜੀ ਲੈ ਕੇ ਜਾਣਗੇ। ਪਹਿਲੇ ਮੈਂ ਤੁਹਾਡਾ ਬਹੁਤ ਧੰਨਵਾਦ ਹਾਂ ਸਤਵੰਤ ਵੀਰ ਜੀ, ਤੁਸੀਂ ਇੱਕ ਛੋਟੇ ਜਿਹੇ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਵੀਰ ਗੁਰਵਿੰਦਰ ਜੀ ਦੇ ਰਾਹੀਂ, ਤੇ ਅਸੀਂ ਬਹੁਤ ਧੰਨਵਾਦੀ ਹਾਂ। ਵੈਲਕਮ ਟੂ ਯੂ। ਪਲੀਜ਼ ਇਸ ਦੇ ਵਿੱਚ ਨਿਰੋਲ ਗੁਰਬਾਣੀ ਰਾਹੀਂ ਅਸੀਂ ਕਿਸ ਤਰੀਕੇ ਦੇ ਨਾਲ ਥਰੂ ਦੀ ਸਪਿਰਚੁਅਲ ਵਰਸਿਸ ਆਫ ਗੁਰੂ ਗ੍ਰੰਥ ਸਾਹਿਬ ਅਸੀਂ ਉਸ ਸਤਿਗੁਰੂ ਨੂੰ ਮਾਰਗ ਦਰਸ਼ਨ ਤੇ ਆਪਣੇ ਪ੍ਰਤਿਪਾਲਨਾ ਵਿੱਚ ਅਸੀਂ ਕਿਸ ਤਰ੍ਹਾਂ ਯਤਨਸ਼ੀਲ ਹੋ ਸਕਦੇ ਹਾਂ। ਓਵਰ ਟੂ ਯੂ ਵੀਰ ਸਤਵੰਤ ਸਿੰਘ ਜੀ, ਪਲੀਜ਼ ਕਮ ਫਾਰਵਰਡ ਔਰ ਸਟੇਜ ਤੁਹਾਡੇ ਕੋਲ ਹੈ ਜੀ। ਵੀਰ ਜੀ ਸਤਵੰਤ ਸਿੰਘ ਜੀ। ਹਾਂਜੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਹਾਂਜੀ ਆ ਰਹੀ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਸ ਤਰ੍ਹਾਂ ਕਿ ਵੀਰ ਜੀ ਹੋਣਾ ਨੇ ਮੇਰੇ ਬਾਰੇ ਦੱਸ ਹੀ ਦਿੱਤਾ, ਸੋ ਫਸਟ ਟਾਈਮ ਮੈਂ ਵੀ ਕੋਈ ਏਦਾਂ ਆਨਲਾਈਨ ਲੈਕਚਰ ਜਾਂ ਕਲਾਸ ਅਟੈਂਡ ਕਰ ਰਿਹਾ। ਸੋ ਜੋ ਸਬਜੈਕਟ ਦਿੱਤਾ ਗਿਆ ਸੰਗਤ ਜੀ ਉਹ ਹੈ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ। ਸੋ ਇਹ ਜੋ ਪਾਵਨ ਤੁਕ ਗੁਰਬਾਣੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੌੜੀ ਰਾਗ ਅੰਦਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖ ਅਰਵਿੰਦ ਤੋਂ ਉਚਾਰੀ ਹੋਈ ਪਾਵਨ ਬਾਣੀ, ਜੋ ਕਿ ਸੁਖਮਣੀ ਸਾਹਿਬ ਪਾਵਨ ਬਾਣੀ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਸੋ ਇਹ 286 ਅੰਕ ਤੇ ਸੁਭਾਇਮਾਨ ਇਹ ਪਾਵਨ ਤੁਕ ਜੋ ਕਿ 18ਵੀਂ ਪੌੜੀ ਦੇ ਵਿੱਚ ਹੈ। ਸੋ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ। ਇਹਦੇ ਵਿੱਚ ਤਿੰਨ ਚੀਜ਼ਾਂ, ਜਿਵੇਂ ਕਿ ਭਾਈ ਸਾਹਿਬ ਜੀ ਨੇ ਕਲੀਅਰ ਕੀਤਾ ਕਿ ਸਤਿਗੁਰ ਔਰ ਉਸ ਤੋਂ ਬਾਅਦ ਸਿੱਖ, ਤੇ ਸਤਿਗੁਰ ਜੀ ਸਿੱਖ ਦੀ ਪ੍ਰਤਿਪਾਲਣਾ ਕਿਵੇਂ ਕਰਨ। ਸੋ ਸਤਿਗੁਰ ਜੇ ਆਪਾਂ ਇਹਦੇ ਲਫ਼ਜ਼ ਦੇ ਅੱਖਰਾਂ ਦੇ ਅੱਖਰੀ ਅਰਥ ਇਸ ਦੇ ਕਰੀਏ, ਸਤ ਸੱਚਾ, ਗੁਰ ਭਾਵ ਗਿਆਨ, ਉਹ ਸੱਚਾ ਗਿਆਨ ਜੋ ਸਾਡੇ ਜੀਵਨ ਵਿੱਚੋਂ ਹਨੇਰੇ ਨੂੰ ਕੂੜ ਨੂੰ ਦੂਰ ਕਰਦਾ ਹੈ। ਐਸਾ ਚਾਨਣ ਜਿਵੇਂ ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਨੇ, ਦੀਵਾ ਬੱਲੇ ਅੰਧੇਰਾ ਜਾਏ। ਹੁਣ ਉਹ ਹਨੇਰਾ ਸਾਡੇ ਜੀਵਨ ਵਿੱਚੋਂ ਦੂਰ ਹੋਵੇ ਤੇ ਉਹਦੇ ਵਿੱਚ ਸਤਿਗੁਰੂ ਜੀ ਕਿਵੇਂ ਸਹਾਈ ਨੇ। ਸਤਿਗੁਰੂ ਜੀ ਦੇ ਸੰਬੰਧ ਵਿੱਚ ਬਾਣੀ ਵਿੱਚ ਜਿਸ ਤਰ੍ਹਾਂ ਇਸੇ ਹੀ ਅਸ਼ਟਪਦੀ ਨੂੰ ਜੇ ਆਪਾਂ ਲਈਏ ਤੇ ਜਿਵੇਂ ਕਿ ਆਪਾਂ ਜਾਣਦੇ ਸ਼ਲੋਕ ਮੇਨ ਸੈਂਟਰਲ ਆਈਡੀਆ ਕੇਂਦਰੀ ਭਾਵ ਹੈ, ਔਰ ਉਸ ਨੂੰ ਸਮਝਾਇਆ ਗਿਆ ਇਸ ਪੂਰੀ ਅਸ਼ਟਪਦੀ ਦੇ ਵਿੱਚ ਪਹਿਲੇ ਪਦੇ ਚ ਦੂਜੇ ਪਦੇ ਵਿੱਚ। ਤੇ ਸ਼ਲੋਕ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਧਰ। ਨਾਨਕ ਹਰ ਗੁਣ ਗਾਓ, ਭਾਵ ਸਤਿਗੁਰੂ ਜੀ ਕੀ ਹਨ, ਕੌਣ ਹਨ। ਸਤਿਪੁਰਖ ਜਿਨ ਜਾਣਿਆ, ਜਿਸ ਨੇ ਸਤਿਪੁਰਖ ਨੂੰ ਜਾਣਿਆ ਉਹ ਸਤਿਗੁਰੂ ਹੈ। ਹੁਣ ਜਿਸ ਸਤਿਪੁਰਖ ਨੂੰ ਜਿਸ ਨੇ ਜਾਣਿਆ ਉਹ ਅਗਰ ਸਤਿਗੁਰੂ ਹਨ ਤੇ ਸਤਿਗੁਰੂ ਜੀ ਕੀ ਕਰਦੇ ਨੇ। ਇਹਦੇ ਵਿੱਚ ਅਗਰ ਆਪਾਂ ਜਨਰਲੀ ਜਾਂ ਦੁਨਿਆਵੀ ਗੱਲ ਕਰੀਏ, ਜਿਵੇਂ ਕਿ ਅਕਾਲ ਪੁਰਖ ਪਰਮਾਤਮਾ, ਉਸ ਤੋਂ ਬਾਅਦ ਸਤਿਗੁਰੂ ਜਿਸ ਨੇ ਉਸ ਨੂੰ ਜਾਣਿਆ।
ਜਦੋਂ ਵੀ ਸਤਿਗੁਰੂ ਜੀ ਦੀ ਗੱਲ ਆਉਂਦੀ ਹੈ ਤੇ ਸਾਡੇ ਦਿਮਾਗ 'ਚ ਜਾਂ ਸਿੱਖਾਂ ਦੇ ਦਿਮਾਗ 'ਚ, ਸੰਗਤ ਦੇ ਦਿਮਾਗ 'ਚ ਮੋਸਟਲੀ ਏਦਾਂ ਕਰਕੇ ਆਉਂਦਾ ਕਿ ਹਾਂਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਤਾਂ ਜਦੋਂ ਅਸੀਂ ਗੁਰਦੁਆਰੇ ਵੀ ਜਾਈਏ ਉਦੋਂ ਵੀ ਅਸੀਂ ਜਾ ਕਰਕੇ ਮਤਲਬ ਏਦਾਂ ਹੀ ਫੀਲ ਕਰਦੇ ਹਾਂ ਜਾਂ ਮਹਿਸੂਸ ਕਰਦੇ ਹਾਂ ਜਾਂ ਅਸੀਂ ਮਨ ਵਿੱਚ ਸੋਚਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਜਦ ਕਿ ਅਸੀਂ ਅਗਰ ਯੂਨੀਵਰਸਲ ਅਰਥ ਕਰੀਏ, ਅਗਰ ਸਾਰੇ ਸੰਸਾਰ ਨੂੰ, ਸਾਰੀ ਦੁਨੀਆ ਨੂੰ ਸਾਹਮਣੇ ਰੱਖ ਕੇ ਆਪਣੇ ਮੈਂ ਮੇਰੀ ਚੋਂ ਬਾਹਰ ਆ ਕੇ, ਜਾਤ ਪਾਤ ਚੋਂ ਬਾਹਰ ਆ ਕੇ ਸਾਂਝੇ ਜਿਹੜੇ ਅਰਥ ਨੇ ਉਹ ਅਗਰ ਕਰੀਏ ਤੇ ਉਹ ਬਣਦੇ ਨੇ ਉਹ ਸੱਚਾ ਗਿਆਨ ਜਿਹੜਾ ਕਿ ਸ਼ਬਦ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਔਰ ਉਹਦੇ ਵਿੱਚ ਮੈਂ ਖਿਆਲ ਕਰਦਾ ਕਿ ਕਦੇ ਵੀ ਕਿਸੇ ਦੇ ਦਿਮਾਗ 'ਚ ਸ਼ਾਇਦ ਇਹ ਗੱਲ ਆਉਂਦੀ ਹੋਵੇ ਕਿ ਹਾਂ ਮੈਂ ਭਗਤ ਕਬੀਰ ਜੀ ਨੂੰ ਅਰਦਾਸ ਕਰਨ ਆਇਆ ਜਾਂ ਮੈਂ ਭਗਤ ਫਰੀਦ ਜੀ ਨੂੰ ਅਰਦਾਸ ਕਰਨ ਆਇਆ, ਏਦਾਂ ਜਾ ਕਰਕੇ ਏਦਾਂ ਲੱਗਦਾ ਕਿ ਨਾਨਕ ਜੀ ਨੂੰ ਅਰਦਾਸ ਕਰਨ ਆਏ, ਜਦ ਕਿ ਬਾਣੀ ਹੀ ਗੁਰੂ ਹੈ। ਔਰ ਉਹ ਸਤਿਗੁਰੂ ਜੀ ਨੇ ਜਾਂ ਆਪਾਂ ਕਹੀਏ ਕਿ 10 ਪਾਤਸ਼ਾਹੀਆਂ ਨੇ ਕਦੇ ਆਪਣੇ ਆਪ ਨੂੰ ਏਦਾਂ ਨਹੀਂ ਪੇਸ਼ ਕੀਤਾ ਕਿ ਹਾਂ ਅਸੀਂ ਹੀ ਗਿਆਨ ਦੇ ਮੂਲ ਦਾਤਾ ਹਾਂ। ਜਿੰਨੇ ਵੀ ਸੱਚੇ ਪੁਰਖ ਨੂੰ ਜਾਣਿਆ, ਭਾਵੇਂ ਉਹ ਕਬੀਰ ਜੀ ਨੇ ਜਾਣਿਆ, ਭਾਵੇਂ ਫਰੀਦ ਜੀ ਨੇ, 15 ਭਗਤਾਂ ਨੇ, ਭੱਟ ਸਾਹਿਬਾਨ ਨੇ ਜਾਣਿਆ ਸਮਝਿਆ, ਫਿਰ ਉਸਤਤ ਗੁਰੂ ਸਾਹਿਬਾਨ ਦੀ ਵੀ ਕੀਤੀ, ਜਿੰਨੇ ਵੀ ਅਕਾਲ ਪੁਰਖ ਨੂੰ ਸਮਝਿਆ ਜਾਣਿਆ ਉਹਦਾ ਨਾਂ ਸਤਿਗੁਰੂ ਹੈ। ਕਿਉਂਕਿ ਸਰੀਰ ਰੂਪ ਵਿੱਚ ਨਾ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਮੌਜੂਦ ਨੇ, 10 ਪਾਤਸ਼ਾਹੀਆਂ ਵਿੱਚੋਂ ਕੋਈ ਵੀ ਮੌਜੂਦ ਨਹੀਂ। ਤਾਂ ਏਦਾਂ ਸਾਂਝੀ ਜਿਹੜੀ ਗੱਲ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਹੁਣ ਇਹ ਗੁਰੂ ਸਾਹਿਬ ਹੀ ਕਹਿ ਰਹੇ ਨੇ ਕਿ ਸਤਿਗੁਰ ਉਹਦਾ ਨਾਮ ਹੈ ਜਿਨਨੇ ਸੱਚੇ ਪੁਰਖ ਨੂੰ ਸਮਝਿਆ ਜਾਣਿਆ, ਬ੍ਰਹਮ ਨੂੰ ਸਮਝਿਆ ਜਾਣਿਆ ਉਹਦੇ ਬਾਰੇ। ਲੇਕਿਨ ਉਹ ਗੱਲ ਠੀਕ ਹੈ ਕਿ ਅਖੀਰ ਤੇ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਹੁਣ ਆ ਮਾਲਕ ਜੀ ਮੈਂ ਨਿਰਗੁਣਿਆਰੇ ਕੋਲ ਕੋਈ ਗੁਣ ਨਹੀਂ, ਮੈਂ ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜੀਓ, ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ, ਕਿ ਤੇਰਾ ਅੰਤ ਨਹੀਂ ਪਾਇਆ। ਫਿਰ ਵੀ ਗੁਰੂ ਸਾਹਿਬ ਇੱਥੇ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਪੁਰਖ ਨੂੰ ਜਿੰਨਾ ਕੁ ਕੋਸ਼ਿਸ਼ ਜਿੰਨੇ ਕੀਤੀ ਜਾਣਿਆ ਉਹਦਾ ਨਾਂ ਸਤਿਗੁਰੂ ਹੈ। ਹੁਣ ਸਤਿਗੁਰ ਕੀ ਹੈ, ਕੀ ਕਰਦੇ ਨੇ? ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਇਹ ਪਹਿਲੀ ਅਸ਼ਟਪਦੀ ਸ਼ਲੋਕ ਤੋਂ ਬਾਅਦ ਹੀ, ਜੋ ਕਿ ਅੱਜ ਦਾ ਵਿਸ਼ਾ ਹੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਹੁਣ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਗੁਰੂ ਸਾਹਿਬ ਕੀ ਕਰਦੇ ਨੇ? ਜਦੋਂ ਅਸੀਂ ਇਹ ਗੱਲ ਜਾਣੀਏ ਕਿ ਸਤਿਗੁਰੂ ਜੀ ਕੀ ਕਰਦੇ ਹਨ, ਸਤਿਗੁਰੂ ਕੀ ਹਨ, ਜਿਸ ਤਰ੍ਹਾਂ ਇੱਕ ਤੇ ਆਪਾਂ ਗੱਲ ਕੀਤੀ ਸਤਿਪੁਰਖ ਦੀ, ਅਕਾਲ ਪੁਰਖ ਦੀ, ਉਸ ਤੋਂ ਬਾਅਦ ਗੱਲ ਆਈ ਸਤਿਗੁਰੂ, ਸੱਚਾ ਗਿਆਨ। ਹੁਣ ਉਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਸਾਡੇ ਕੋਲ ਮੌਜੂਦ ਹੈ। ਹੁਣ ਉਹਦੇ ਵਿੱਚ ਅਸੀਂ ਇਹ ਨਹੀਂ ਮਨ ਦੇ ਵਿੱਚ ਵਿਚਾਰ ਰੱਖਣੀ ਕਿ ਹਾਂ ਇੱਥੇ ਇਕੱਲੇ ਨਾਨਕ ਜੀ ਦੀ ਹੀ ਕਿਰਪਾ ਹੋ ਰਹੀ ਹੈ ਜਾਂ ਅੰਮ੍ਰਿਤਸਰ ਗਏ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੀ ਕਿਰਪਾ ਹੋ ਰਹੀ ਹੈ। ਸੱਚਾ ਗਿਆਨ ਜਿਹੜਾ ਕਿ ਅਸੀਂ ਪੜ੍ਹੀਏ ਵਿਚਾਰੀਏ ਤਾਂ ਉਹ ਸਾਡੇ ਜੀਵਨ ਵਿੱਚ ਲਾਹੇਵੰਦ ਹੈ। ਮਤਲਬ ਜਿਹਨੂੰ ਬਾਣੀ ਵਿੱਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਬਾਣੀ ਗੁਰੂ, ਗੁਰੂ ਹੈ ਬਾਣੀ, ਸ਼ਬਦ ਹੀ ਗੁਰੂ ਹੈ। ਜਿਵੇਂ ਨਾਨਕ ਜੀ ਤੋਂ ਸਵਾਲ ਕੀਤਾ ਸੀ ਸਿੱਧਾ ਨੇ, ਜਦੋਂ ਸਿੱਧਾ ਨੇ ਸਵਾਲ ਪੁੱਛਿਆ ਤੇ ਆਪਾਂ ਸਿੱਧ ਗੋਸ਼ਟ ਬਾਣੀ ਵਿੱਚ ਪੜ੍ਹਦੇ ਹਾਂ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਨਾਨਕ ਜੀ ਬਈ ਕੌਣ, ਮੂਲ ਕੀ ਹੈ ਤੇ ਮਤ ਦੀ ਵਿਚਾਰ ਸਾਨੂੰ ਇਹ ਆਪਣੀ ਮਤ ਦਿਓ, ਵਿਚਾਰ ਦੱਸੋ ਆਪਣੇ ਮਤ ਅਨੁਸਾਰ ਕਿ ਤੁਸੀਂ ਗੁਰੂ ਕਿਸ ਨੂੰ ਮੰਨਦੇ ਹੋ। ਤੇ ਸਾਹਿਬ ਦਾ ਜਵਾਬ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਿ ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ। ਸਾਡੀ ਸੁਰਤ, ਸਾਡੀ ਸੋਚ, ਇਹ ਧੁਨ ਉਹ ਚੀਜ਼ ਆਪਣੇ ਆਪ ਨੂੰ ਸਾਡੇ ਜਿਹੜਾ ਅੰਤਰੀਵ ਭਾਵ ਹੈ, ਅੰਤःਕਰਨ ਹੈ, ਉਹਨੂੰ ਚੇਲਾ ਬਣਾਓ, ਧੁਨ। ਇਹਨੂੰ ਹੁਣ ਆਪਾਂ ਕਹਿ ਲਈਏ ਅੰਤःਕਰਨ ਦੇ ਜਿਵੇਂ 4 ਭੇਦ ਨੇ, ਮਨ, ਮਤ, ਬੁੱਧ ਤੇ ਅੰਦਰ ਅਹੰ ਭਾਵ, ਜਿਹਦੇ ਨਾਲ ਕੁਝ ਮੈਂ ਸਮਝਦਾ। ਚਲੋ ਇਹ ਫਿਲਾਸਫੀ ਦਾ ਵਿਸ਼ਾ ਕਿ ਅੰਤःਕਰਨ ਹੈ ਤੇ ਅੰਤःਕਰਨ ਦੇ 4 ਭੇਦ ਨੇ। ਸੌਖਾ ਆਪਾਂ ਸਮਝ ਲਈਏ ਕਿ ਮੇਰੀ ਸੁਰਤ, ਮੇਰੀ ਸੋਚ ਸ਼ਬਦ ਨਾਲ ਜੁੜੇ ਤੇ ਉਹ ਸ਼ਬਦ ਹੀ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਹੈ। ਹੁਣ ਜਦੋਂ ਇੰਨੀ ਗੱਲ ਆਪਾਂ ਸਮਝ ਲਈ
ਤੇ ਇਹਦਾ ਭਾਵ ਹੋਇਆ ਕਿ ਗਿਆਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਰਾਹੀਂ ਸਾਨੂੰ ਕੋਈ ਅਕਲ, ਸਾਨੂੰ ਕੋਈ ਸੋਝੀ ਮਿਲ ਰਹੀ ਹੈ, ਉਹ ਸੋਝੀ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨੀ ਚਾਹੀਦੀ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਤਾਂ ਉਹ ਗਿਆਨ, ਉਹ ਸਤਿਗੁਰੂ ਸਾਡੀ ਪ੍ਰਤਪਾਲਣਾ ਕਰਨਗੇ। ਹੁਣ ਇਹ ਕਿਵੇਂ ਕਰਨਗੇ ਅੱਗੇ ਚੱਲ ਕੇ ਆਪਾਂ ਕਲੀਅਰ ਕਰਦੇ ਹਾਂ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਸਪਸ਼ਟ ਹੋ ਗਿਆ ਅਕਾਲ ਪੁਰਖ ਪਰਮਾਤਮਾ, ਉਸ ਨੂੰ ਜਿਹਨੇ ਸਮਝਿਆ, ਉਹਦੇ ਹੁਕਮ ਨੂੰ, ਕਿ ਉਹਦੇ ਬਣਾਏ ਇਸ ਸੰਸਾਰ ਵਿੱਚ ਕਿਵੇਂ ਰਹਿਣਾ ਹੈ। ਹੁਣ ਜਦੋਂ ਇੱਕ ਗੱਲ ਆਪਾਂ ਇਹ ਵਿਚਾਰੀ ਕਿ ਜਦੋਂ ਅਸੀਂ ਗੁਰੂ ਸਾਹਿਬ ਦੇ ਕੋਲ ਜਾਈਏ, ਗੁਰੂ ਘਰ ਅੰਦਰ ਜਾਈਏ, ਤਾਂ ਏਦਾਂ ਦੀ ਭਾਵਨਾ ਜੀ ਕਿ ਹਾਂਜੀ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ, ਜਾਂ ਮੂੰਹ ਚੋਂ ਏਦਾਂ ਨਿਕਲੇ ਕਿ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰੋ, ਧੰਨ ਗੁਰੂ ਨਾਨਕ। ਗੁਰੂ ਸਾਹਿਬ ਨੇ ਇਸ ਡੈਫੀਨੇਸ਼ਨ ਨੂੰ ਬਿਲਕੁਲ ਸੀਮਿਤ ਨਹੀਂ ਰੱਖਿਆ, ਬੜੇ ਛੋਟੇ ਦਾਇਰੇ ਵਿੱਚ ਨਹੀਂ ਰੱਖਿਆ ਕਿ ਅਸੀਂ 10 ਪਾਤਸ਼ਾਹੀਆਂ ਤੇ ਸਾਨੂੰ ਹੀ ਗੁਰੂ ਕਹੋ। ਉਹਨਾਂ ਕਿਹਾ ਕਿ ਗਿਆਨ ਗੁਰੂ ਹੈ। ਜਿਵੇਂ ਸਿੱਧਾ ਨੂੰ ਜਵਾਬ ਦਿੱਤਾ ਵੀ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੁਸੀਂ ਆਪਣੀ ਸੁਰਤੀ ਸ਼ਬਦ ਨਾਲ ਲਾਓ, ਸ਼ਬਦ ਗਿਆਨ ਹੀ ਗੁਰੂ ਹੈ, ਬਾਣੀ ਦੇ ਰੂਪ ਵਿੱਚ ਹੋਵੇ ਜਾਂ ਪ੍ਰਤੱਖ ਮੌਜੂਦ ਹੋਵੇ। ਹੁਣ ਪਹਿਲਾਂ ਤੇ ਪ੍ਰਤੱਖ ਮੌਜੂਦ ਸਨ ਵੀ ਨਾਨਕ ਜੀ ਵਿਰਾਜਮਾਨ ਨੇ, ਸੁਭਾਏਮਾਨ ਨੇ ਤੇ ਸੰਗਤ ਜਾਣਦੀ। ਹੁਣ ਮੰਨ ਲਓ ਕਿ ਅਗਰ ਅੱਜ ਅਸੀਂ ਕਹੀਏ ਕਈ ਵਾਰੀ ਗੀਤਾਂ 'ਚ ਜਾਂ ਭਾਵਨਾ ਕਵੀਆਂ ਦੀ ਹੁੰਦੀ, ਲਿਖਾਰੀਆਂ ਦੀ, ਏਦਾਂ ਕਹਿ ਦਿੰਦੇ ਕਿ ਨਾਨਕ ਜੀ ਦੁਬਾਰਾ ਆਓ। ਜਿਵੇਂ ਸਿਚੁਏਸ਼ਨ ਖਰਾਬ ਹੋ ਰਹੀ ਹੈ ਤੇ ਕੋਈ ਕਹਿ ਦਿੰਦਾ ਜੀ ਭਿੰਡਰਾਂਵਾਲਾ ਦੁਬਾਰਾ ਆਏ, ਜਾਂ ਕੋਈ ਵੀ ਨਾਮ ਲੈ ਕੇ ਭਈ ਦੁਬਾਰਾ ਉਹਦੀ ਲੋੜ ਪੈ ਗਈ। ਹੁਣ ਮੰਨ ਲਓ ਅਗਰ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਕੋਲ ਆ ਜਾਣ ਦੁਬਾਰਾ, ਤੇ ਅਸੀਂ ਕੀ ਕਰਾਂਗੇ? ਸਾਨੂੰ ਸਤਿਗੁਰੂ ਜੀ ਦੱਸਣਗੇ ਕਿ ਤੁਸੀਂ ਆਹ ਕਰੋ ਤੇ ਆਹ ਨਾ ਕਰੋ। ਹੁਣ ਉਹੀ ਚੀਜ਼ ਸਾਡੇ ਕੋਲ ਮੌਜੂਦ ਹੈ ਬਾਣੀ ਦੇ ਰੂਪ ਵਿੱਚ, ਜਿਹਦੇ ਵਿੱਚ ਕਬੀਰ ਜੀ ਨੇ ਦੱਸਿਆ ਤੇ ਉਹ ਕਹਿੰਦੇ ਵੀ 7 ਬਚਨ ਤੁਹਾਡਾ ਵੀ ਲਿਖਾਂਗੇ। ਜੇ ਫਰੀਦ ਜੀ ਨੇ ਦੱਸਿਆ ਤੇ ਕਹਿੰਦੇ ਤੁਹਾਡਾ ਵੀ ਲਿਖਾਂਗੇ। ਨਾਮਦੇਵ ਜੀ ਤੁਹਾਡਾ ਵੀ ਲਿਖਾਂਗੇ। ਜੋ ਤੁਹਾਡੀ ਵਿਚਾਰ ਹੈ, ਤੁਸੀਂ ਵੀ ਸਤਿਪੁਰਖ ਨੂੰ ਸਮਝਿਆ। ਸੋ ਸਾਰੀ ਬਾਣੀ ਸਤਿਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ। ਇਸ ਅਨੁਸਾਰ ਹੁਣ ਉਹਨਾਂ ਸਤਿਪੁਰਖ ਨੂੰ ਜਾਣਿਆ, ਅਕਾਲ ਪੁਰਖ ਨੂੰ ਜਾਣਿਆ, ਜੋ ਸਤਿਗੁਰੂ ਜੀ ਬਾਣੀ ਦੇ ਰੂਪ ਵਿੱਚ, ਸ਼ਬਦ ਗੁਰੂ ਦੇ ਰੂਪ ਵਿੱਚ ਸਾਡੇ ਸਾਹਮਣੇ ਨੇ। ਜਦੋਂ ਸਿੱਧਾ ਨੇ ਜਿਵੇਂ ਸਵਾਲ ਕੀਤਾ ਵੀ ਨਾਨਕ ਜੀ ਦੱਸੋ ਤੁਹਾਡਾ ਗੁਰੂ ਕੌਣ ਹੈ, ਚਲੋ ਸਾਡੇ ਬੱਚਿਆਂ ਨੂੰ ਪੁੱਛਿਆ ਜਾਵੇ ਤੇ ਅਸੀਂ ਕਹਿ ਸਕਦੇ ਹਾਂ ਕਿ ਬਈ ਗੁਰੂ ਨਾਨਕ ਜੀ ਸਾਡੇ ਗੁਰੂ ਨੇ, 10ਵੇਂ ਪਾਤਸ਼ਾਹ ਜੀ ਸਾਡੇ ਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਮੂਲ ਰੂਪ ਵਿੱਚ ਜਦੋਂ ਸਾਂਝੀ ਗੱਲ ਕਰਾਂਗੇ ਯੂਨੀਵਰਸਲ, ਕਿ ਆਪਾਂ ਇਕੱਲੇ ਜਦੋਂ ਦਿੱਲੀ ਵਿੱਚ, ਇੰਡੀਆ ਵਿੱਚ ਗੱਲ ਕਰਦੇ ਹਾਂ, ਮੰਨ ਲਓ ਸਿੱਖਾਂ ਦੇ ਵਿੱਚ ਗੱਲ ਕਰਦੇ ਹਾਂ, ਤੇ ਉਹਨਾਂ ਨੂੰ ਸੁਣਨ ਚ ਚੰਗਾ ਲੱਗੇਗਾ ਕਿ ਹਾਂ ਗੁਰੂ 10 ਪਾਤਸ਼ਾਹੀਆਂ ਦੀ ਵਡਿਆਈ ਹੋ ਰਹੀ ਹੈ। ਲੇਕਿਨ ਜਦੋਂ ਆਪਾਂ ਸੰਸਾਰ ਪੱਧਰ ਦੀ ਗੱਲ ਕਰਦੇ ਹਾਂ, ਜੋ ਨਾਨਕ ਜੀ ਕਰਦੇ ਸਨ, ਸਾਨੂੰ ਇਹ ਵੇਖਣਾ ਪਵੇਗਾ ਕਿ ਗੁਰੂ ਸਾਹਿਬ ਕੀ ਕਰਦੇ ਸਨ, ਕਿੱਦਾਂ। ਤੇ ਉਹ ਜਾਂਦੇ, ਤੁਰੇ ਜਾਂਦੇ ਕਿਤੇ ਵੀ, ਤਾਂ ਉਹ ਉਪਦੇਸ਼ ਦਿੰਦੇ ਭਈ ਸੱਜਣਾ ਆਹ ਕਰ, ਆਹ ਨਾ ਕਰ, ਭਈ ਸੱਜਣ ਠੱਗ, ਆਹ ਕਰਨਾ, ਆਹ ਨਹੀਂ ਕਰਨਾ। ਅੱਛਾ, ਉਹਦੇ ਵਿੱਚ ਕੋਈ ਮੇਰ ਤੇਰ ਨਹੀਂ ਹੈ, ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ। ਹੁਣ ਉਹ ਗਿਆਨ ਸਾਰੇ ਹੀ ਲੈ ਸਕਦੇ ਨੇ ਜਿਹਨੂੰ ਚੰਗਾ ਲੱਗਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਹੁਣ ਐਸੇ ਸਤਿਗੁਰੂ ਜੀ ਉਹ ਗਿਆਨ ਰੂਪ ਕੀ ਕਰਦੇ ਨੇ? ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਹੁਣ ਗੁਰੂ ਸਾਹਿਬ ਪ੍ਰਤਪਾਲਣਾ ਕਰ ਰਹੇ ਨੇ। ਹੁਣ ਆਪਾਂ ਇੰਨੀ ਗੱਲ ਸਮਝੀ ਵੀ ਬਾਣੀ ਹੀ ਗੁਰੂ ਹੈ, ਸ਼ਬਦ ਹੀ ਗੁਰੂ ਹੈ, ਕਿਉਂਕਿ ਅਗਰ ਸਰੀਰ ਹੀ ਗੁਰੂ ਹੁੰਦੇ ਤਾਂ ਹੁਣ ਸਾਡੇ ਕੋਲ ਗੁਰੂ ਸਾਹਿਬ ਨਹੀਂ ਹਨ, ਸਰੀਰ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਹੀ ਨੇ। ਤੇ ਗੁਰੂ ਸਾਹਿਬ ਦੀ ਵਡਿਆਈ ਜਾਂ ਉਸਤਤ, ਸਤਿਪੁਰਖ, ਅਕਾਲ ਪੁਰਖ, ਇਹ ਵੀ ਬਾਣੀ ਵਿੱਚ ਹੈ ਕਿ ਗੁਰੂ ਵਿੱਚ ਤੇ ਅਕਾਲ ਪੁਰਖ ਚ ਭੇਦ ਕੋਈ ਨਹੀਂ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਗੀ ਕੋਈ ਨਾ ਮਿਟੈ ਦਾਤ। ਅਗਲੀ ਤੁਕ ਹੈ ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਮਾਣ। ਕਿ ਗੁਰੂ ਤੇ ਪਰਮਾਤਮਾ ਦੇ ਵਿੱਚ ਵੀ ਕੋਈ ਬਹੁਤਾ ਭੇਦ ਨਹੀਂ, ਕਿਉਂਕਿ ਪਰਮਾਤਮਾ ਸਾਰਿਆਂ ਨੂੰ ਸਾਂਝੀ ਗੱਲ ਦੱਸ ਰਹੇ ਨੇ। ਪਰਮਾਤਮਾ ਦਾ ਅਗਰ ਸੁਭਾਅ ਵੇਖੀਏ ਤੇ ਸਭ ਲਈ ਦਿਆਲੂ ਹੈ। ਉਹ ਚਾਹੁੰਦੇ ਹਨ ਕਿ ਸਭ ਠੀਕ ਹੋਵੇ।
ਵੀ ਜਿਵੇਂ ਆ ਇੰਟਰਨੈਟ ਚੱਲ ਰਿਹਾ ਤੇ ਹੁਣ ਅਸੀਂ ਇਹਦੇ ਵਿੱਚ ਵੇਖੀਏ ਕਿ ਅਗਰ ਕੰਪਨੀ ਵਾਲੇ ਪਿੱਛੋਂ ਬੰਦ ਕਰ ਦੇਣ ਸਪਲਾਈ, ਡਾਟਾ ਸਾਡੇ ਕੋਲ ਪਹੁੰਚੇ ਨਾ, ਤੇ ਅਸੀਂ ਕਹਾਂਗੇ ਕਿ ਇਹ ਅਧਰਮ ਹੈ, ਬਈ ਗਲਤ ਹੋ ਗਿਆ, ਸੱਚ ਨਹੀਂ ਹੋਇਆ, ਇਹ ਝੂਠ ਹੋ ਗਿਆ। ਬਈ ਅਸੀਂ ਪੈਸੇ ਭਰੇ ਸੀ, ਸਾਡੇ ਕੋਲ MB ਵੀ ਬਚੀ ਹੋਈ ਹੈ, ਅਸੀਂ ਬਿੱਲ ਦਿੱਤਾ, ਬਈ ਅਸੀਂ ਰਿਚਾਰਜ ਕਰਾਇਆ ਤੇ ਖਤਮ ਕਿਵੇਂ ਹੋ ਗਿਆ। ਇਹ ਹੈ ਧਰਮ, ਇਹ ਹੈ ਸੱਚ। ਹੁਣ ਏਦਾਂ ਹੀ ਕੋਈ ਵੀ ਚੀਜ਼ ਹੈ, ਸੱਚ, ਸਤਪੁਰਖ, ਅਕਾਲ ਪੁਰਖ, ਜਿਵੇਂ ਉਹ ਸੋਚਦਾ ਕਿ ਸਭ ਠੀਕ ਹੋਵੇ, ਅਕਾਲ ਪੁਰਖ ਚਾਹੁੰਦਾ ਕਿ ਸਭ ਸਹੀ ਹੈ ਤੇ ਮੈਂ ਖੁਸ਼ ਹਾਂ, ਬਈ ਮੇਰੇ ਨਾਲ ਪ੍ਰੇਮ ਤਾਂ ਹੈ ਤੁਹਾਡਾ ਜੇ ਤੁਸੀਂ ਸਭ ਕੁਝ ਠੀਕ ਠਾਕ ਕਰ ਰਹੇ ਹੋ। ਹੁਣ ਸਤਿਗੁਰੂ ਜੀ ਪ੍ਰਤਪਾਲਣਾ ਕਰਦੇ ਏਦਾਂ ਹੀ, ਉਹ ਸਾਨੂੰ ਦੱਸਦੇ ਨੇ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਇਹੀ ਗੱਲ ਗੁਰਬਾਣੀ ਵਿੱਚ ਹੈ। ਹੁਣ ਏਦਾਂ ਨਹੀਂ ਹੈ ਕਿ ਹਾਂ ਮੈਂ ਬੈਠਾ ਆ ਤੇ ਸਤਿਗੁਰੂ ਜੀ ਕੋਈ ਏਦਾਂ ਪ੍ਰਕਾਸ਼ ਮਾਰਨਗੇ ਤੇ ਮੇਰੀ ਪ੍ਰਤਪਾਲਣਾ ਹੋਵੇਗੀ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰੂ ਕੀ ਕਰਦਾ ਹੈ, ਗੁਰੂ ਜਿਹੜੀ ਭੈੜੀ ਮੱਤ ਹੈ ਉਹ ਹਿਰਦਾ, ਉਹਨੂੰ ਖਤਮ ਕਰ ਲੈਂਦਾ। ਗੁਰੂ ਸਿੱਖ ਦੀ ਦੁਰਮਤ ਦੂਰ ਕਰਦੇ ਹਨ। ਗੁਰੂ ਸਾਹਿਬ ਕੀ ਕਰਦੇ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਭੈੜੀ ਮੱਤ ਤੇ ਅੰਦਰ ਦੀ ਮੈਲ ਗੁਰੂ ਸਾਹਿਬ ਦੂਰ ਕਰਦੇ ਨੇ ਸਿੱਖ ਦੀ। ਸਤਿਗੁਰੂ ਜੀ ਦਾ ਇਹ ਕਾਰਜ ਹੈ, ਉਹ ਐਸਾ ਕਰ ਰਹੇ ਨੇ। ਹੁਣ ਸਤਪੁਰਖ ਜਿਨ ਜਾਣਿਆ, ਕਿਉਂਕਿ ਉਹਨਾਂ ਨੇ ਸਮਝ ਲਿਆ ਹੈ ਕਿ ਅਗਰ ਇਹਦੇ ਅੰਦਰ ਮੈਲ ਹੈ ਤੇ ਇਹ ਠੀਕ ਤਰ੍ਹਾਂ ਜੀਵਨ ਨਹੀਂ ਜੀ ਸਕਦਾ, ਅਗਰ ਇਹਦੇ ਕੋਲ ਝੂਠ ਹੈ ਤੇ ਸਹੀ ਤਰ੍ਹਾਂ ਜੀਵਨ ਨਹੀਂ ਜੀ ਸਕਦਾ। ਆਪਾਂ ਸੜਕ ਤੇ ਜਾ ਰਹੇ ਹਾਂ, ਆਪਣੀ ਸਾਈਡ ਤੇ ਜਾ ਰਹੇ ਹਾਂ ਤੇ ਧਰਮ ਹੈ। ਅਗਰ ਅਸੀਂ ਜਾਈਏ ਤੇ ਸਾਡੇ ਸਾਹਮਣੇ ਕੋਈ ਗੱਡੀ ਖਿਲਾਰ ਦੇਵੇ, ਗੱਡੀ ਰੋਕ ਕੇ ਬੈਠਾ ਰਵੇ, ਉਹ ਚਲਾਏ ਨਾ ਆਪਣੀ ਗੱਡੀ, ਤੇ ਉਹ ਅਧਰਮ ਹੋ ਗਿਆ, ਮਤਲਬ ਉਹ ਅਨਿਆਂ ਹੋ ਗਿਆ। ਅਸੀਂ ਕਹਾਂਗੇ ਵੀ ਠੀਕ ਨਹੀਂ, ਵੀ ਸਹੀ ਤਰੀਕਾ ਇਹ ਸੀ ਵੀ ਸਹੀ ਤਰ੍ਹਾਂ ਸੱਚਾ ਬੰਦਾ ਬਣ, ਭਈ ਤੂੰ ਜੇ ਰੋਕਣਾ ਤੇ ਕਾਨੂੰਨੀ ਤੌਰ ਤੇ ਵੀ ਸਾਈਡ ਤੇ ਹੋ ਕੇ ਰੋਕ ਸਕਦਾ ਹੈ। ਹਰ ਇੱਕ ਚੀਜ਼, ਹਰ ਇੱਕ ਪੁਆਇੰਟ ਤੇ ਸਾਨੂੰ ਸੱਚ ਦੀ ਲੋੜ ਹੈ। ਜਿਵੇਂ ਅਸੀਂ ਸੌਦਾ ਲੈਣ ਗਏ ਦੁਕਾਨ ਤੋਂ, ਮੰਨ ਲਓ ਗਰੋਸਰੀ ਲੈਣੀ, ਅਸੀਂ ਸੌਦਾ ਲੈਣਾ, ਉਹ ਹੁਣ ਤੋਲੇ ਘੱਟ, ਅਸੀਂ ਆਖੀਏ ਵੀ 1 ਕਿਲੋ ਚੀਨੀ ਚਾਹੀਦੀ, ਉਹ ਹੁਣ ਸਾਨੂੰ ਅੱਧਾ ਕਿਲੋ ਹੀ ਦੇਵੇ, ਅਸੀਂ ਕਹਾਂਗੇ ਵੀ ਧੱਕਾ ਹੈ, ਬੇਈਮਾਨੀ ਹੈ, ਇਹ ਅਨਿਆਂ ਹੈ। ਸੋ ਥੋੜਾ ਮੇਰੇ ਇਲੈਕਟ੍ਰੀਕਲ ਪ੍ਰੋਬਲਮ ਹੋ ਗਈ ਹੈ, ਸੋ ਆਵਾਜ਼ ਆ ਰਹੀ ਹੋਵੇਗੀ ਆਪ ਜੀ ਨੂੰ। ਸੋ ਏਦਾਂ ਕਿ ਗੁਰੂ ਸਾਹਿਬ ਕੀ ਕਰਦੇ ਨੇ, ਦੁਰਮਤ ਹਿਰਦੇ ਹਨ, ਦੁਰਮਤ ਦੂਰ ਕਰਦੇ ਨੇ। ਦੁਰਮਤ ਦੀਆਂ ਆਪਾਂ ਉਦਾਹਰਨਾਂ ਦਿੱਤੀਆਂ ਕਿ ਮੰਨ ਲਓ ਸਾਡੇ ਘਰ ਕੋਈ ਚੋਰ ਵੜ ਆਵੇ, ਆਪਾਂ ਨਹੀਂ ਚਾਹੁੰਦੇ ਕਿ ਸਾਡੀ ਚੋਰੀ ਹੋਏ, ਇਹਦਾ ਮਤਲਬ ਕਿ ਉਹ ਦੁਰਮਤ ਹੈ, ਗਲਤ ਚੀਜ਼ ਹੈ, ਉਹਨੂੰ ਅਸੀਂ ਕਾਨੂੰਨ ਤੌਰ ਤੇ ਵੀ ਦੂਰ ਕੀਤਾ, ਕਾਨੂੰਨ ਦਾ ਸਹਾਰਾ ਲਿਆ। ਜਿੱਥੇ ਧਰਮੀ ਬੰਦੇ ਨੇ, ਗੁਰਸਿੱਖ ਨੇ, ਉਹਨਾਂ ਨੂੰ ਕਾਨੂੰਨ ਦੀ ਲੋੜ ਨਹੀਂ, ਤਾਲਾ ਉਹਨਾਂ ਦੇ ਲਈ ਖੁੱਲਾ ਵੀ ਹੋਵੇ, ਉਹਨਾਂ ਨੇ ਚੋਰੀ ਨਹੀਂ ਕਰਨੀ, ਕਿਉਂਕਿ ਉਹਨਾਂ ਦੇ ਅੰਦਰ ਸਤਿਗੁਰੂ ਹਨ, ਸੱਚਾ ਗਿਆਨ ਹੈ, ਉਹਨਾਂ ਦੀ ਆਤਮਾ ਸ਼ੁੱਧ ਹੋ ਚੁੱਕੀ, ਮਨ ਸਾਫ਼ ਹੋ ਗਿਆ ਹੈ, ਭਈ ਦਰਵਾਜ਼ਾ ਖੁੱਲਾ ਵੀ ਤੇ ਤਾਂ ਵੀ ਤੇਰੇ ਪਈ ਚੋਰੀ ਕਰਨ ਅਸੀਂ ਨਹੀਂ ਵੜਨਾ, ਕਿਉਂਕਿ ਸਾਨੂੰ ਕੀ ਗੁਰੂ ਸਾਹਿਬ ਨੇ ਦੱਸਿਆ ਵੀ ਹੱਕ ਨਹੀਂ ਦੂਜੇ ਦਾ ਮਾਰਨਾ, ਇੱਕ ਵਿਚਾਰ ਹੀ ਦਿੱਤੀ। ਉਹ ਵਿਚਾਰ ਹੁਣ ਸਾਡੇ ਅੰਦਰ ਹੈ ਕਿ ਬਈ ਸੱਚ ਦੇ ਉੱਤੇ ਪਹਿਰਾ ਦੇਣਾ ਹੈ, ਝੂਠ ਦੇ ਨਾਲ ਜੋ ਹੈ ਉਹ ਨਹੀਂ ਜੁੜਨਾ, ਝੂਠ ਜਾਂ ਦੁਰਮਤ ਨੂੰ ਛੱਡਣਾ। ਹੁਣ ਵਿਚਾਰ ਜਿਹੜੀ ਅਗਰ ਆਪਾਂ ਸ਼ਬਦ ਦੇ ਵਿੱਚੋਂ ਹੀ, ਇਹਦੇ ਵਿੱਚੋਂ ਹੀ ਲੈ ਲਈਏ ਤੇ ਜਿਸ ਤਰ੍ਹਾਂ ਵਿਚਾਰ ਹੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰੂ ਦੀ ਜਿਹੜੀ ਮੱਤ ਹੈ ਉਹ ਇਹੀ ਹੈ ਕਿ ਸਜਣਾ ਸਿੱਖਣ ਵਾਲਿਆ ਤੇਰੀ ਮਾੜੀ ਮੱਤ ਜੋ ਹੈ ਦੂਰ ਹੋਵੇ। ਸਿੱਖ ਕੀ ਦੁਰਮਤ ਮਲ ਹਿਰੈ, ਗੁਰੂ ਹੈ ਉਹ ਦੁਰਮਤ ਦੂਰ ਕਰਦੇ ਨੇ, ਮੱਤ ਜਿਹੜੀ ਮੈਲੀ ਹੈ ਉਸ ਨੂੰ ਹਟਾਉਂਦੇ ਹਨ। ਉਹ ਭਾਵੇਂ ਆਪਣਾ ਉਹਨਾਂ ਜੀਵਨ ਜੀ ਕੇ ਹਟਾਇਆ, ਭਾਵੇਂ ਕਿਸੇ ਨੂੰ ਉਪਦੇਸ਼ ਦਿੱਤਾ ਜਾਂ ਅਕਾਲ ਪੁਰਖ ਦੇ ਨਾਮ ਨਾਲ ਜੋੜਿਆ ਵੀ ਥੋੜਾ ਚਿਰ ਧਿਆਨ ਲਾਉਣਾ ਹੈ, ਬਾਣੀ ਪੜ੍ਹਨੀ ਹੈ, ਇਹਦੇ ਵਿੱਚ ਹੀ ਇਸ਼ਨਾਨ ਕਰਮ, ਜਿੰਨੇ ਵੀ ਧਾਰਮਿਕ ਕਰਮ ਨੇ ਜਿਹੜੇ ਠੀਕ ਨੇ, ਪਖੰਡਵਾਦ ਤੋਂ ਹਟ ਕੇ, ਉਹ ਸਾਰੀਆਂ ਚੀਜ਼ਾਂ ਨਾਲ ਆ ਜਾਂਦੀਆਂ ਨੇ
कि सच्चे सतगुरु जी दी ये विचार कि वो ज्ञान सच्चा सब नूं दे रहे ने ते ओदे विच वो तां सांझीवालता दी विचार सारियां लई सांझी गल कि हर एक बंदा चाहुंदा है कि दुरमत वाले दे मैं कोल ना बवां, मेरे नाल भैड़ी मत वाले दी सांझ ना होवे। कि मैं अगर दुकान ते भी गया ते दुकान ते गया वा, उथे भी मेरे सामने ऐसा इंसान ही होवे जिहड़ा ईमानदार होवे, सच्चा होवे। हुण सतगुरु जी ऐसा कर रहे ने ते ओ एक तरह दी साडी प्रतिपालना हो गई। जिवें कि साडी जिंदगी विच ये चीजां जरूरी ने। भाई मैं अगर गड्डी लैके जा रहा ते मेरे नाल धक्का ना होवे, मैं अगर घर परिवार च बैठा साडे घर चोरी ना होवे, मैं अगर कोई चीज बेचण चलिया ते ओदा मैनू ठीक मुल मिले, या मैं कोई चीज खरीदण चलिया ते ओ मेरे नाल बेईमानी ना करे। ये सब चीजां साडी जिंदगी नू चला रहीआं ने, सानू पाल रहीआं ने। हुण इदां नहीं है कि गुरु साहब दा इदां प्रकाश है हथ दा ते ओदे नाल असीं पल रहे हैं। पलना असीं किहदे नाल है, प्रतिपालना साडी किद्दां होवेगी। जिवें बच्चिआं दी प्रतिपालना असीं करदे हां, बच्चों नूं असीं पाल रहे हैं ते बच्चों नूं पालण दा भाव हो गया कि असीं उन्हां नूं दस रहे हैं भई आ ठीक है, आ गलत है, इधर जाना है, इधर नहीं जाना। हुण ओ पालना विच असीं लगे होए आ, उन्हां दा हर पल ख्याल रख रहे हैं। इदां ही सतगुर सिख की करे प्रतिपाल, सेवक को गुर सदा दयाल। गुरु साहब अपने सेवक लई, सिख लई सदा दयालु ने। भई जेड़ा मेरे कोल सिखण आया, मैं इहदे ते दया करां, इनू चंगा मार्ग दसां। ओदे नाल सिख की गुर दुरमत मल हिरै, गुर बचनी हर नाम उचरै। इदां ही सतगुर सिख के बंधन कट है, गुर का सिख बिकार ते हट है। सतगुरु एक सच्चा ज्ञान, वो भावें कबीर जी दा श्लोक है, भावें रविदास जी दा, भावें नामदेव जी दा, भावें भगत धन्ना जी दा, भाव के सच्चा ज्ञान जो गुरु ग्रंथ साहिब जी दे रूप में साडे सामने मौजूद है, या उस तो भी हट के होर भी ज्ञान हुंदा है, दुनियावी ज्ञान कई तरह का। वो ज्ञान जिहड़ा साडे सामने मौजूद है, वो ज्ञान सानू चलना सिखा रहा, साडी पालना कर रहा भी इदां तू जिंदगी जी सकदा ठीक ढंग दे नाल। जिवें आपां गल कीती गुर बचनी हर नाम उचरै, सतगुर सिख के बंधन कट है, गुर का सिख विकार ते हट है। विकार तो मैं हटा, मैं किसी दे घर चोरी करना आ जावां, जदों मेरे घर चोरी नहीं होवेगी ते मैं खुश होवांगा भी हाँ बई बहुत चंगा भी साडे इलाके विच चोरी नहीं हुंदी। ते हाँ असीं दिल्ली साकेत विच रहण वाले हां, साडी कॉलोनी विच कदे चोरी नहीं होई। हुण ये चीज एक ते कानूनी तौर ते, जिथे धर्म नहीं हुंदा उत्थे कानून दे जोर नाल, डंडे दे जोर नाल रोकिया जांदा है, जद के उस तो भी पहला सच्चे ज्ञान ने इन्हां चीजां वल्लों रोकिया। ये एक तरह की उदाहरण है। इदां ही जिन्ने भी विकार ने मन दे विच, काम क्रोध लोभ मोह हंकार, गुरु साहब वो दुरमत दूर करदे ने, मैल दूर करदे ने ज्ञान दे राही। वो ज्ञान साडे अंदरों मैल माड़ी मत जद दूर करदा है ते गुरु साहब फिर उसे नू पेश कर रहे ने, सतगुर सिख के बंधन कट है, गुर का सिख विकार ते हट है। हुण गुरु दा सिख जदों विकारां तो हटिया ते ओथे फिर पातशाह कहंदे सतगुर सिख को नाम धन दे, गुर का सिख वडभागी है। भई वड्डे भागां वाला है गुरु दा सिख, जिन्ने गुरु दी मत ग्रहण कीती, गुरु दी मत ग्रहण करके ते उन्हें अपने जीवन नू सवारिया है, अपने अंदरों मैल लाई है। हुण ये विचार जिहदे विच सतगुर सिख की करे प्रतिपाल, जेड़ा सिक्ख्या ये वाली लै लैंदा वो कोई भी है, भावें इहदे विच खालसा एक अलग सबजैक्ट है, सिख होना एक अलग सबजैक्ट है। सिख होना एक होर चीज है, उहदे विच अगे होर गहराई च उतरना, होर भी चंगे तरह उस नियम नू पालना, हुक्म नू मनना, एक वर्दी विच आ जाना, ड्रैस विच एक नियम दे विच चलना, वो खालसा पंथ हो गया।
ਇਹਦੇ ਤੋਂ ਪਹਿਲਾਂ ਸਿੱਖ। ਹੁਣ ਜਿਹੜਾ ਇਹ ਸਿੱਖਿਆ ਸਿੱਖਣ ਵਾਲਾ ਹੈ, ਭਾਵੇਂ ਉਹ ਕੋਈ ਵੀ ਹੈ, ਮੈਨੂੰ ਇਹ ਸਿੱਖਿਆ ਚਾਹੀਦੀ ਹੈ ਤੇ ਮੈਂ ਗੁਰਦੁਆਰੇ ਆਵਾਂ, ਮੇਰੇ ਤੇ ਕੋਈ ਡੰਡੇ ਦਾ ਜ਼ੋਰ ਨਹੀਂ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਡੰਡੇ ਦੇ ਜ਼ੋਰ ਨਾਲ ਨਹੀਂ ਲੈ ਕੇ ਜਾਂਦੇ। ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਤੇ ਪਰਿਵਾਰ ਵਿੱਚ ਕਈ ਜਿੱਦਾਂ ਨਾ ਨੌਜਵਾਨ ਉਹਨੇ ਕੇਸ ਕਤਲ ਕਰਾ ਦਿੱਤੇ, ਤੇ ਵੇਖੋ ਉੱਥੇ ਮਾਤਾ ਪਿਤਾ ਕੋਈ ਕਿਰਪਾਨ ਨੂੰ ਹੱਥ ਨਹੀਂ ਪਾਉਂਦੇ ਵੀ ਤੇਰਾ ਸਿਰ ਲਾ ਦਿਆਂਗੇ, ਤੂੰ ਕੇਸ ਕਤਲ ਕਿਉਂ ਕਰਾਏ। ਹਾਂ ਠੀਕ ਹੈ, ਸਮਝਾਉਂਦੇ ਨੇ, ਝਗੜਾ ਵੀ ਹੋ ਸਕਦਾ ਹੈ, ਮਾਰਨਗੇ ਵੀ ਹੋ ਸਕਦਾ ਹੈ, ਪਰ ਇੱਕ ਵਿਚਾਰ ਹੈ ਕਿ ਕਿਸੇ ਨਾਲ ਧੱਕਾ ਨਹੀਂ, ਜ਼ੋਰ ਨਹੀਂ। ਤੈਨੂੰ ਅਗਰ ਸੱਚੀ ਸਿੱਖਿਆ ਚਾਹੀਦੀ ਹੈ ਤੇ ਸੱਜਣਾ ਤੂੰ ਆ, ਤੂੰ ਸਿੱਖ। ਜਿਹੜਾ ਜਿਹੜਾ ਮੱਥਾ ਟੇਕਦਾ, ਜਿਹੜਾ ਜਿਹੜਾ ਇਹ ਗਿਆਨ ਗੁਰੂ ਦਾ ਸਿੱਖਣ ਲਈ ਤਿਆਰ ਹੈ ਜਾਂ ਸਿੱਖ ਰਿਹਾ ਹੈ, ਉਹ ਸਿੱਖ ਹੈ। ਹੁਣ ਉਹਦੇ ਵਿੱਚ ਜਿਵੇਂ ਗੁਰੂ ਸਾਹਿਬ ਨੇ ਡੈਫੀਨੇਸ਼ਨ ਬਾਣੀ ਵਿੱਚ ਹੀ ਦਿੱਤੀ ਹੈ ਕਿ ਮੇਰਾ ਗੁਰਸਿੱਖ ਕੌਣ ਹੈ। ਇੱਕ ਤਾਂ ਆਪਾਂ ਵਿਚਾਰ ਕੀਤੀ ਨਾ, ਸਤਿਗੁਰੂ, ਸੱਚਾ ਗਿਆਨ। ਉਹ ਗਿਆਨ ਕਿਸੇ ਵੀ ਸ਼ਬਦ ਵਿੱਚ, ਬਾਣੀ ਦੇ ਕਿਸੇ ਵੀ ਹਿੱਸੇ ਵਿੱਚ, ਕਿਸੇ ਵੀ ਸੱਜਣ ਦੇ ਮੁਖ ਵਿੱਚੋਂ ਨਿਕਲਿਆ, ਕਿਸੇ ਵੀ ਭਗਤ ਦੇ ਜਾਂ 10 ਪਾਤਸ਼ਾਹੀਆਂ ਵਿੱਚੋਂ 6 ਪਾਤਸ਼ਾਹੀਆਂ ਦੇ, ਉਹ ਗਿਆਨ ਜਿਹੜਾ ਸਿੱਧੇ ਰਾਹੇ ਪਾਉਂਦਾ ਹੈ, ਅਗਿਆਨਤਾ ਨੂੰ ਦੂਰ ਕਰਦਾ ਹੈ, ਹਨੇਰੇ ਨੂੰ ਦੂਰ ਕਰਦਾ ਹੈ। ਹੁਣ ਉਹ ਗਿਆਨ ਹੀ ਸਤਿਗੁਰੂ ਹੈ। ਜਿਵੇਂ ਕਿ ਆਪਾਂ ਵਿਚਾਰ ਕੀਤੀ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਹੁਣ ਮੇਰੀ ਸੁਰਤ ਅਗਰ ਉਸ ਗਿਆਨ ਨੂੰ ਅਪਣਾਵੇਗੀ, ਉਸ ਗਿਆਨ ਨਾਲ ਜੁੜੇਗੀ, ਤੇ ਮੈਂ ਚੇਲਾ ਹੋ ਗਿਆ। ਮੇਰੀ ਸੁਰਤ, ਮੇਰਾ ਮਨ, ਮੇਰੀ ਮੱਤ, ਮੇਰਾ ਅੰਤःਕਰਨ ਚੇਲਾ ਬਣ ਗਿਆ। ਕਿਸ ਦਾ? ਗੁਰੂ ਦਾ ਬਣ ਗਿਆ। ਗੁਰੂ ਸਾਹਿਬ ਕੀ ਕਰਦੇ ਨੇ? ਪ੍ਰਤਪਾਲਣਾ ਕਰਦੇ ਨੇ। ਮੇਰੀ ਮੱਤ ਜਿਹੜੀ ਮੈਲੀ ਹੈ ਉਹਨੂੰ ਦੂਰ ਕਰਦੇ ਨੇ। ਉਹ ਦੱਸਦੇ ਨੇ ਭਈ ਹੱਕ ਪਰਾਇਆ ਨਾਨਕਾ ਉਹ ਸੂਵਰ ਸੁਗਾਏ, ਗੁਰਪੀਰ ਹਾਮਾ ਤਾਂ ਪਰੈਦਾ ਮੁਰਦਾਰ ਨਾ ਖਾਏ। ਭਈ ਝੂਠ ਨਾ ਬੋਲ ਪਾਂਡੇ, ਸੱਚ ਕਹੀਐ ਤੈਨੂੰ ਦੱਸਿਆ ਹੈ। ਭਈ ਝੂਠ ਨਾ ਬੋਲ, ਲਾਲਚ ਨਾ ਕਰ, ਭਈ ਚੋਰੀ ਨਾ ਕਰ, ਬੇਈਮਾਨੀ ਨਾ ਕਰ, ਅਧਰਮ ਨਾ ਕਮਾ, ਕਿਉਂਕਿ ਅਧਰਮ ਮੈਨੂੰ ਪਸੰਦ ਨਹੀਂ ਹੈ। ਜਿਹੜੇ ਜਿਹੜੇ ਬੰਦੇ ਆ ਹੁਣ ਬੜਾ ਇੱਕ ਟ੍ਰੈਂਡ ਚੱਲ ਰਿਹਾ, ਅਸੀਂ ਨਾਸਤਕ ਹਾਂ, ਫਿਰ ਰੱਬ ਨੂੰ ਨਹੀਂ ਮੰਨਦੇ, ਸਾਰਾ ਸਬਜੈਕਟ ਇੱਥੇ ਖਤਮ ਹੋ ਜਾਵੇਗਾ। ਜਿੰਨੇ ਸਾਹਮਣੇ ਵਾਲੇ ਨੇ ਕਹਿ ਦਿੱਤਾ ਕਿ ਮੈਂ ਪਰਮਾਤਮਾ ਨੂੰ ਹੀ ਨਹੀਂ ਮੰਨਦਾ, ਗੁਰੂ ਨੂੰ ਨਹੀਂ ਮੰਨਦਾ। ਹਕੀਕਤ ਵਿੱਚ ਹਰ ਇਨਸਾਨ ਚਾਹੁੰਦਾ ਹੈ ਕਿ ਸੱਚ ਹੋਵੇ। ਸੱਚ ਦਾ ਹੀ ਨਾਮ ਗੁਰੂ ਹੈ। ਧਰਮ, ਇਸ ਨੂੰ ਧਰਮ ਕਹਿ ਲਓ, ਸੱਚ ਕਹਿ ਲਓ, ਹੁਕਮ ਕਹਿ ਲਓ, ਅਕਾਲ ਪੁਰਖ ਦਾ ਨਿਯਮ ਕਹਿ ਲਓ। ਕੀ ਨਿਯਮ? ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੇਰੇ ਘਰ ਚੋਰੀ ਨਾ ਹੋਵੇ, ਦੂਜੇ ਘਰ ਮੈਂ ਕਰਾਂ। ਹੁਣ ਅਗਰ ਮੈਂ ਇਹ ਚਾਹੁੰਦਾ ਕਿ ਮੇਰੇ ਘਰ ਚੋਰੀ ਨਾ ਹੋਵੇ, ਇਹਦਾ ਮਤਲਬ ਮੈਂ ਚਾਹੁੰਦਾ ਕਿ ਸੱਚ ਹੋਵੇ, ਝੂਠ ਨਾਲ ਨਾ ਲੋਕੀ ਜੁੜਨ, ਸੱਚ ਵਰਤੇ। ਇਹਦਾ ਮਤਲਬ ਮੈਨੂੰ ਰੱਬ ਚਾਹੀਦਾ। ਮੈਂ ਚਾਹੁੰਦਾ ਮੇਰੀ ਧੀ ਨਾਲ ਕੋਈ ਗਲਤ ਹਰਕਤ ਨਾ ਹੋਵੇ, ਤਾਂ ਇਹਦਾ ਮਤਲਬ ਹੈ ਕਿ ਮੈਂ ਚਾਹੁੰਦਾ ਵਾ ਕਿ ਮੇਰੀ ਧੀ ਜਦ ਬਾਹਰ ਨਿਕਲੇ ਤੇ ਲੋਕ ਚੰਗੀ ਤਰ੍ਹਾਂ ਨਾਲ ਬਿਹੇਵ ਕਰਨ, ਵਿਵਹਾਰ ਕਰਨ। ਮੇਰੀ ਬਹੂ ਬੇਟੀ ਨੂੰ, ਧੀ ਨੂੰ, ਮੈਨੂੰ ਕੋਈ ਗਾਲਾਂ ਨਾ ਕੱਢੇ, ਉੱਚੀ ਉੱਚੀ ਗੰਦੀਆਂ ਗਾਲੀ ਗਲੋਚ ਨਾ ਕਰੇ। ਕਿਉਂ? ਕਿਉਂਕਿ ਮੈਂ ਭਾਵੇਂ ਰੱਬ ਨੂੰ ਮੰਨਦਾ ਨਹੀਂ ਮੰਨਦਾ, ਮੈਂ ਇਹ ਚਾਹੁੰਦਾ, ਮੇਰੀ ਇਹ ਚਾਹਤ ਹੈ। ਹਰ ਇੱਕ ਇਨਸਾਨ ਦੀ ਚਾਹਤ ਹੈ ਕਿ ਮੈਨੂੰ ਸਾਫ਼ ਆਕਸੀਜਨ ਮਿਲੇ, ਸਾਫ਼ ਹਵਾ, ਮੈਨੂੰ ਕਾਰਬਨ ਡਾਈਆਕਸਾਈਡ ਨਹੀਂ ਚਾਹੀਦੀ। ਮਤਲਬ ਇਹ ਹੁਕਮ ਹੈ, ਸੱਚ ਹੈ। ਹਰ ਇੱਕ ਸਾਹ ਨਾਲ ਅਸੀਂ ਚਾਹੁੰਦੇ ਹਾਂ ਕਿ ਸੱਚ ਹੋਵੇ। ਮੈਂ ਅਗਰ ਮੰਨ ਲਓ ਤੁਸੀਂ ਦੁੱਧ ਖਰੀਦ ਰਹੇ ਹੋ ਨਾ, ਤੁਸੀਂ ਚਾਹੁੰਦੇ ਹੋ ਕਿ ਪਾਣੀ ਵਿੱਚ ਨਾ ਹੋਵੇ, ਸਿੰਥੈਟਿਕ ਦੁੱਧ ਨਾ ਹੋਵੇ। ਏਦਾਂ ਹੀ ਜੇ ਮੈਂ ਦੁੱਧ ਵੇਚ ਰਿਹਾ ਤੇ ਏਦਾਂ ਹੀ ਮੈਂ ਵੀ ਚਾਹੁੰਦਾ ਕਿ ਮੈਨੂੰ ਸਹੀ ਕੀਮਤ ਮਿਲੇ। ਕੋਈ ਕਿਸੇ ਨੂੰ ਮੈਂ ਦੁੱਧ ਦਿੱਤਾ, ਉਹਨੇ ਅੱਗੋਂ ਮੈਨੂੰ ਪੈਸੇ ਨਹੀਂ ਦਿੱਤੇ, ਤਾਂ ਉਹ ਵੀ ਗਲਤ ਹੈ। ਭਾਵ ਕਿ ਏਦਾਂ ਦੀਆਂ ਹਜ਼ਾਰਾਂ ਐਗਜ਼ਾਮਪਲ, ਹਜ਼ਾਰਾਂ ਉਦਾਹਰਨਾਂ। ਹਰ ਇੱਕ ਇਨਸਾਨ ਚਾਹੁੰਦਾ ਹੈ ਧਰਮ ਹੋਵੇ, ਸੱਚ ਹੋਵੇ। ਇਸੇ ਦਾ ਹੀ ਨਾਮ ਸਤਿਗੁਰੂ ਹੈ। ਇਹ ਸਭ ਚੀਜ਼ਾਂ ਕਿ ਬੈਲੈਂਸ ਬਣਿਆ ਰਵੇ ਜ਼ਿੰਦਗੀ ਵਿੱਚ, ਬੈਲੈਂਸ ਬਣੇ ਤਾਂ ਤੁਹਾਡੀ ਪ੍ਰਤਪਾਲਣਾ ਹੋਵੇਗੀ। ਠੀਕ ਬਈ ਤੁਸੀਂ ਭਟਕੋਗੇ ਨਹੀਂ, ਤੁਹਾਨੂੰ ਇਹ ਚਾਹੀਦਾ। ਹੁਣ ਉਂਝ ਭਾਵੇਂ ਰੌਲਾ ਪਾਈ ਜਾਣ, ਕਹੀ ਜਾਣ ਸਾਨੂੰ ਰੱਬ ਦੀ ਨਹੀਂ ਲੋੜ, ਅਸੀਂ ਰੱਬ ਨੂੰ ਨਹੀਂ ਮੰਨਦੇ, ਸਾਨੂੰ ਸਤਿਗੁਰੂ ਦੀ ਨਹੀਂ ਲੋੜ, ਸਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ, ਸਾਨੂੰ ਅਸੀਂ ਕੁਝ ਨਹੀਂ ਜਾਣਦੇ ਜੀ, ਐਸਾ ਹੈ ਵੈਸਾ ਹੈ, ਤਮਾਮ ਗੱਲਾਂ ਜੀ, ਮੈਂ ਅੰਮ੍ਰਿਤ ਨਹੀਂ ਛਕਣਾ, ਮੈਂ ਐਸਾ ਕਰਨਾ, ਮੈਂ ਵੈਸਾ ਕਰਨਾ, ਸਾਨੂੰ ਲੋੜ ਨਹੀਂ ਹੈ। ਹਰ ਇੱਕ ਇਨਸਾਨ ਨੂੰ ਸੱਚ ਦੀ ਲੋੜ ਹੈ।
कोई भी गलत या माड़ा या मैल नूं पसंद ही नहीं करता। ये फितरत है इंसान की, कुदरती है। कुदरत भी बहुत डिसबैलेंस पसंद नहीं करती। असी चाहते हैं सब कुछ ठीक ठाक रवे। ਉਹਦੇ ਲਈ ਜ਼ਰੂਰੀ ਹੈ ਸਤਿਗੁਰੂ ਜੀ ਦੇ ਕੋਲੋਂ ਗਿਆਨ ਲੈਣਾ। ਹਾਂ, ਗਿਆਨ ਮੈਂ ਕਿਸੇ ਹੋਰ ਪਾਸੋਂ ਲੈ ਸਕਦਾ, ਪਰ ਜਦੋਂ ਸਾਫ਼ ਸੁਥਰੀ ਗੱਲ ਹੈ ਕਿ ਇੱਕ ਮਹਾਨ ਗਿਆਨ ਮੇਰੇ ਸਾਹਮਣੇ ਹੋਵੇ ਤੇ ਮੈਂ ਫਿਰ ਇਧਰ ਉਧਰ ਟੱਕਰਾਂ ਮਾਰਦਾ ਫਿਰਾਂ, ਮੈਂ ਮੂਰਖ ਹਾਂ। ਮੇਰੇ ਕੋਲ ਰਸਤਾ ਹੋਵੇ ਤੇ ਮੈਂ ਫਿਰ ਵੀ ਇਧਰ ਉਧਰ ਕੋਸ਼ਿਸ਼ ਕਰਾਂ ਮੈਂ ਨਹੀਂ ਕੋਈ ਆਪਣਾ ਹੀ ਰਸਤਾ ਬਣਾਵਾਂ, ਤੇ ਉਹ ਗੱਲ ਠੀਕ ਨਹੀਂ। ਇਸ ਤਰ੍ਹਾਂ ਸਤਿਗੁਰੂ ਜੀ ਦੀ ਲੋੜ ਹਰੇਕ ਨੂੰ, फिर भी कई चलो अड़ी करते ने आउंदे जो सतगुरु जी दे कोल इस गल नूं जिन्हां ने समझ लिया, हाँ असीं सिखना है, सिक्ख्या ये वाली लैनी है, इहदे नाल साडा जीवन बैलेंस है, सानू सब असीं फायदे विच हां, भी इहदे नाल सब ठीक ठाक रहिंदा है, तां इह है प्रतिपालना। असल विच सतगुर सिख के बंधन काटे, वो बंधन जिहड़े सानू पै जांदे ने, वो बंधन किस तरह दे? यही विकारां दे बंधन। अगर मेरे अंदर लालच भरिया है, लालच मेरे अंदरों दूर गुरु साहब दी बाणी ने ज्ञान ने करना है। ना कि पहले पातशाह जी शरीर रूप विच बैठे ने सामने ते मैं आया ते कोई गलबात नहीं हुई, कोई विचार नहीं हुई, मैं देखी गया ते मेरे अंदरों एक है, ये चीज है, इस तो मैं मुनकर नहीं हुंदा कि एक प्रभाव हुंदा है। गुरु साहब दृष्टि भर के भी किसी वाल वेखदे ते उहदा मन हल्का हो जाता। ये ठीक है, ये प्रभाव हैं। ये एक अलग साइंस का विषय है, मनोविज्ञान का या आभा मंडल का, जिदा जिन्हों एक छोटा जिहा मैं विचों रोक के करा एक इसे ते डिस्कशन, अगर कि प्रभाव जिहड़ा बाहरी तौर ते है, जिथे बाणी दी विचार है कि बिना शब्द दी विचार दे कोई तुहाडा भला नहीं, डिठे मुक्त ना होवे जिचर शब्द ना करे विचार। हुण जदों तक तुसीं विचारदे नहीं ज्ञान नूं, उदों तक तुहाडे बंधन नहीं खलास नहीं होने, तुहानूं मुक्ति नहीं मिलनी, बंधन तुहाडे कट्टे नहीं जाने। इहदे नाल नाल इह ठीक है कि हाँ असीं किसे थां ते जाइए जिथे गुरु साहब जी विचरदे सन किसे समय, उहदा प्रभाव थोड़ा हुंदा जरूर है। जिवें मैं शराबखाने विच जावां ते उहदा आभा मंडल ही ऐसा हुंदा है कि मेरे माइंड विच उत्थे गलत विचारां ही ज्यादा छेती आउणगीਆਂ। मान लो मैं डांस बार दे विच गया ते डांस बार दे विच भावें किसी ने मैनूं नहीं भी किया ते तां भी मेरे उत्ते असर होना शुरू हो जाएगा उन्हां चीजां दा। इदां ही जदों असीं संगत विच जांदे आ, किते गुरु साहब सामने बैठे ने मान लो, ते उत्थे सही है कि उहदा प्रभाव पवेगा, वो साडे ते असर करदा है वो चीज। मैं उस तो मुनकर नहीं, इसलिए मैं स्पष्टीकरण विच कीता है। पर मूल जिहड़ी विचार गुरु साहब खुद बाणी च कहंदे भी जदों तक मेरी गल नूं असीं जो किहा है उसनूं तुसीं विचारिया नहीं, उदों तक तुहाडे बंधन नहीं कट्टे जाणगे। हुण असीं गल कीती सतगुरु जी दी, अगे गल है सिख। सिख कौन? ये सारियां चीजां जो सिख रहा। गुर सतगुर का जो सिख अखाए, सो भल के उठर नाम ते आवे, उदम करे भल के प्रभाती, इशनान करे अमृत सरनावे। उपदेश गुरु हर हर जप जापै, सब किल विख पाप दोख लह जावे। जेड़ा उपदेश सुनदा है मनदा है बई ओदे अंदर दे पाप दूर हुंदे ने, ओदा तौर तरीका बदलदा है जिंदगी जीण दा। जिवें सतगुरु जी कहंदे कि तुसीं इन्ना मन रहे हो कि शायद धन दौलत बहुत ज्यादा कमा के साडी भुख दूर हो जाएगी, इदां नहीं दूर होनी। ज्ञान की गल दसी प्रतिपालना, भी तुहाडी प्रतिपालना पैसे नाल नहीं होनी कल्ली, क्योंकि तुसीं उहदे विच रजना नहीं है। गुरु साहब कहंदे बन्ना पुरियां पार, भुखियां भुख ना उतरी, तुहाडी भुख नहीं उतरनी, तुसीं संतोख नाल सबर नाल रजोगे। ये ज्ञान जिन्हां ने दिता वो हन सतगुरु, वो हन धन गुरु ग्रंथ साहब जी, वो है ज्ञान धुर की बाणी। वो भावें किसे दे भी मुखों साडे तक पहुंची, भावें 15 भगतां दे राही पहुंची, भावें गुरु नानक पातशाह जी दे राही पहुंची। हुण ओदे तो जदों आपां अगे वधांगे ते साहिब कह रहे ने मेरा गुरसिख कौन है? जेड़ा इस गल ते विचार करे, उपदेश सुने मन्ने, अंतर गुर आराधना जिहवा जप गुर नाउ, नेत्री सतगुर पेखना श्रवणी सुनना गुर नाउ। साहिब कहंदे भी अंतरात्मे भी ध्याओ, भई नेत्रां नाल भी वेखो। जिहड़ी आपां विचार कीती ना कि किते असीं डांस बार च अगर कुछ वेख रहे हां ते ओहदा प्रभाव पवेगा।
ਅਸੀਂ ਨਹੀਂ ਗੁਰੂ ਸਾਹਿਬ ਨਾਲ ਗੱਲ ਕਰ ਰਹੇ, ਬਾਣੀ ਨਹੀਂ ਪੜ ਰਹੇ, ਪਰ ਸੰਗਤ ਵਿੱਚ ਅਗਰ ਅਸੀਂ ਆਏ ਆ ਤੇ ਉਹਦਾ ਅਸਰ ਪਵੇਗਾ ਜੋ ਅਸੀਂ ਵੇਖ ਰਹੇ ਹਾਂ। ਕਿਉਂਕਿ ਇਹ 5 ਸਾਡੀਆਂ ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹਨਾਂ ਦੇ ਨਾਲ ਅਸੀਂ ਜੁੜੇ ਹੋਏ ਆ। ਇਹਨਾਂ ਦੇ ਰਾਹੀਂ ਸਾਡੇ ਵਿੱਚ ਤਬਦੀਲੀ ਆਉਂਦੀ ਹੈ, ਕੁਝ ਵੀ ਇਨਪੁਟ ਆਊਟਪੁੱਟ ਅਗਰ ਹੋ ਰਿਹਾ 5 ਗਿਆਨ ਇੰਦਰੀਆਂ 5 ਕਰਮ ਇੰਦਰੀਆਂ ਦੇ ਨਾਲ। ਹੁਣ ਗੁਰੂ ਸਾਹਿਬ ਇਹ ਤਰੀਕਾ ਵੀ ਦੱਸਦੇ ਨੇ ਕਿ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਮ, ਜ਼ੁਬਾਨ ਨਾਲ ਵੀ ਜਪੋ। ਅੰਤਰ ਆਤਮੇ ਵੀ ਤੁਹਾਨੂੰ ਚੇਤਾ ਰਵੇ ਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਹੱਕ ਨਹੀਂ ਮਾਰਨਾ, ਗੁਰੂ ਸਾਹਿਬ ਨੇ ਕਿਹਾ ਹੋਇਆ ਵੀ ਆਹ ਪਾਪ ਨਹੀਂ ਕਰਨਾ। ਇਹ ਸਭ ਗਿਆਨ ਦੀ ਗੱਲ ਜਿਹੜਾ ਸਿੱਖਦਾ ਹੈ ਉਹ ਸਿੱਖ ਹੈ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਉਹ ਤੇ ਚਲੋ ਇੱਕ ਤਰ੍ਹਾਂ ਦੀ ਰੂਟੀਨ ਗੁਰੂ ਸਾਹਿਬ ਨੇ ਇਹਦੇ ਵਿੱਚ ਦਿੱਤੀ ਹੈ ਕਿ ਏਦਾਂ ਤੁਸੀਂ ਰੋਜ਼ ਰੂਟੀਨ ਏਦਾਂ ਤੁਹਾਡੇ ਜੀਵਨ ਵਿੱਚ ਅਗਰ ਬਣ ਗਈ ਤੇ ਤੁਸੀਂ ਮੇਰਾ ਉਪਦੇਸ਼ ਨਹੀਂ ਭੁੱਲੋਗੇ, ਉਪਦੇਸ਼ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ। ਹੁਣ ਇਹਦੇ ਨਾਲ ਹੀ ਭਾਈ ਗੁਰਦਾਸ ਜੀ ਦੀ 40ਵੀਂ ਵਾਰ ਜਿਹੜੀ ਹੈ 40 ਨੰਬਰ ਜਿਹੜੀ ਵਾਰ ਹੈ, 40ਵੀਂ ਵਾਰ ਦੀ 11ਵੀਂ ਪੌੜੀ ਹੈ। ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗੁਰਸਿੱਖ ਕੌਣ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸਤਿਗੁਰੂ ਜੀ। ਦੂਜਾ ਨੰਬਰ ਸਿੱਖ, ਸਿੱਖ ਕੌਣ ਹੈ? ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਾਰਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਇਹ ਕੁਝ ਚੀਜ਼ਾਂ ਨੇ। ਭਈ ਇਸ਼ਨਾਨ ਕੀਤਾ, ਭਈ ਬਚਨ ਗੁਰੂ ਦੀ ਬਾਣੀ ਦਾ ਉਚਾਰਿਆ, ਸੰਗਤ ਵਿੱਚ ਗਿਆ, ਉੱਥੇ ਜਾ ਕੇ ਸੁਣੀ ਵਿਚਾਰ, ਸ਼ੰਕਾ ਮਨੋਂ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਕਿਰਤ ਕਰਦਾ। ਭਈ ਜੋ ਵੀ ਕਰਦਾ ਹੈ ਧਰਮ ਦੇ ਅਨੁਸਾਰ ਕਰਦਾ। ਜਿਹੜੀ ਆਪਾਂ ਗੱਲ ਕੀਤੀ ਕਿ ਕਾਨੂੰਨ ਵੀ ਚਾਹੁੰਦਾ ਜਾਂ ਮੈਂ ਵੀ ਚਾਹੁੰਦਾ ਵਾਂ ਕਿ ਮੇਰੇ ਆਲੇ ਦੁਆਲੇ ਧਰਮ ਹੋਏ। ਮੈਂ ਨਹੀਂ ਚਾਹੁੰਦਾ ਕਿ ਮੇਰੀ ਕਾਲੋਨੀ ਦੇ ਵਿੱਚ ਚੋਰਾਂ ਦੇ ਘਰ ਹੋਣ, ਮੈਂ ਨਹੀਂ ਚਾਹੁੰਦਾ ਠੱਗਾਂ ਦੇ, ਬੇਈਮਾਨਾਂ ਦੇ, ਭ੍ਰਿਸ਼ਟਾਚਾਰੀਆਂ ਦੇ ਹੋਣ। ਹਰ ਇੱਕ ਇਨਸਾਨ, ਮੈਂ ਚਾਹੁੰਦਾ ਹੀ ਨਹੀਂ ਗਲਤ ਕਿਤੇ ਵੀ, ਭਾਵੇਂ ਮੈਂ ਰੱਬ ਨੂੰ ਮੰਨਦਾ ਭਾਵੇਂ ਨਹੀਂ ਮੰਨਦਾ। ਜਿਹੜੇ ਇੱਕ ਦੇ ਜ਼ੋਰ ਨਾਲ ਕਹਿੰਦੇ ਕਿ ਨਾਸਤਿਕਾਂ ਸੀ, ਉਹ ਇਹੀ ਚਾਹੁੰਦੇ ਨੇ ਕਿ ਸਾਡੀ ਕੋਈ ਗਰਦਨ ਨਾ ਵੱਡੇ, ਅਸੀਂ ਜਿੰਦੇ ਰਹੀਏ। ਉਹ ਨਾ ਵੱਡੀ ਜਾਏ, ਇਹੀ ਤੇ ਧਰਮ ਹੈ, ਇਹੀ ਤੇ ਸੱਚ ਹੈ। ਉਹ ਗਿਆਨ ਜਿੱਥੇ ਬਿਲਕੁਲ ਇਹ ਚੀਜ਼ਾਂ ਖਤਮ ਹੋ ਗਈਆਂ ਸਨ, ਗੁਰੂ ਸਾਹਿਬ ਨੇ ਉੱਥੇ ਹੋਕਾ ਲਾਇਆ ਉਸ ਚੀਜ਼ ਦਾ ਵੀ ਇੱਥੇ ਗਿਆਨ ਦੀ ਬੜੀ ਲੋੜ ਹੈ। ਭਾਵੇਂ ਦੁਨੀਆ ਬਹੁਤ ਵੱਡੀ, ਵੀ ਇੱਥੇ ਤੇ ਲੋਕ ਬਿਲਕੁਲ ਹੀ ਕਰਮਕਾਂਡੀ, ਝੂਠ ਦੀ ਬਿਨਾਂ ਤੇ ਜ਼ਿੰਦਗੀ ਜੀਣ ਲੱਗ ਗਏ ਨੇ। ਇਹ ਸਭ ਚੀਜ਼ਾਂ ਖਤਮ ਹੋਣ, ਇਹ ਪਾਪ ਮੁੱਕੇ, ਇਹ ਹੈ ਸੱਚਾ ਗਿਆਨ। ਹੁਣ ਇਹ ਸੱਚਾ ਗਿਆਨ ਜਿਹੜਾ ਸਿੱਖਦਾ, ਭਲ ਕੇ ਉੱਠਿਆ, ਵਿਚਾਰ ਕੀਤੀ, ਕਿਰਤ ਵਿਰਤ ਧਰਮ ਦੀ ਕੀਤੀ, ਸਿੱਖਾਂ ਨੂੰ ਦੇਖ ਕੇ ਹੁਣ ਗੁਰੂ ਸਿੱਖਾਂ ਨੂੰ ਵੀ ਉਹਨੇ ਦਿੱਤਾ, ਵੰਡ ਕੇ ਛਕਿਆ। ਇਹ ਸਭ ਚੀਜ਼ਾਂ ਜਦੋਂ ਆਪਣੀ ਜੀਵਨ ਵਿੱਚ ਅਸੀਂ ਧਾਰਨ ਕੀਤੀਆਂ ਤੇ ਅਸੀਂ ਸਿੱਖ ਹੋਏ। ਮਤਲਬ ਕਿ ਜੋ ਸਿੱਖਿਆ ਗੁਰੂ ਸਾਹਿਬ ਨੇ ਸਾਨੂੰ ਦੇਣੀ ਦਿੱਤੀ ਹੈ, ਉਹ ਜੇ ਅਸੀਂ ਸਿੱਖ ਰਹੇ ਹਾਂ, ਵਿਚਾਰ ਉਹਦੇ ਤੇ ਕਰ ਰਹੇ ਹਾਂ ਤੇ ਅਸੀਂ ਸਿੱਖ ਹੋਏ। ਜਿਵੇਂ ਦੁਨਿਆਵੀ ਇੱਕ ਉਦਾਹਰਣ ਤੇ ਇਹਦੇ ਨਾਲ ਜਿਵੇਂ ਸਟੋਰੀ ਤੇ ਮੈਂ ਕਹਾਣੀ, ਇੱਥੇ ਸਟੋਰੀ ਦਾ ਅਗਰ ਜ਼ਿਕਰ ਕਰਾਂ ਥੋੜਾ ਇੰਟਰਸਟਿੰਗ, ਕਿਉਂਕਿ ਸੰਗਤ ਵਿੱਚ ਹਰ ਤਰ੍ਹਾਂ ਦਾ ਇਨਸਾਨ ਹੈ, ਕੱਲਾ ਫਿਲਾਸਫੀ ਜਾਂ ਸ਼ਬਦ ਵਿਚਾਰ ਜਾਂ ਕੱਲਾ ਇਤਿਹਾਸ, ਹਰ ਇੱਕ ਤਰ੍ਹਾਂ ਦਾ ਸੰਗਤ ਵਿੱਚ ਮਨੁੱਖ ਹੁੰਦਾ। ਹੁਣ ਸੰਗਤ ਦੀ ਰੁਚੀ, ਜਿਵੇਂ ਇੱਕ ਗੱਲ ਸੌਖੀ ਸਮਝਣ ਲਈ, ਇਹ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਸਤਿਗੁਰੂ ਜੀ ਕੀ ਹਨ? ਗਿਆਨ ਹੀ ਗੁਰੂ ਹੈ। ਸੱਚਾ ਸਤਪੁਰਖ ਨੂੰ ਜਿੰਨੇ ਜਾਣਿਆ ਸਮਝਿਆ ਉਹ ਸਤਿਗੁਰੂ ਜੀ ਹੋ ਗਏ। ਸਿੱਖ ਜਿਹੜਾ ਉਹਨਾਂ ਦੀ ਸਿੱਖਿਆ ਲੈ ਰਿਹਾ ਹੈ, ਜਿਹੜਾ ਸਿੱਖਣ ਲਈ ਤਿਆਰ ਹੈ, ਵੀ ਜੋ ਲੀਹਾਂ ਅੰਦਰ ਚੱਲੀਆ ਜਿਉਂ ਗਾਡੀ ਰਾਹ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਆ। ਜਿਹੜੇ ਰਸਤੇ ਗੁਰੂ ਸਾਹਿਬ ਨੇ ਦੱਸੇ ਨੇ ਉਹਦੇ ਤੇ ਜੋ ਤੁਰ ਰਹੇ ਨੇ, ਚੱਲ ਰਹੇ ਨੇ, ਉਹ ਸਿੱਖ ਹੋ ਗਏ। ਹੁਣ ਉਹ ਸਾਡੇ ਜੀਵਨ ਵਿੱਚ ਲਾਹੇਵੰਦ ਕਿਵੇਂ ਹੈ? ਜੇ ਅਸੀਂ ਸਤਪੁਰਖ ਨੂੰ ਸਮਝਣ ਵਾਲੇ ਸਤਿਗੁਰੂ ਜੀ ਦੇ ਨਾਲ ਵਿਚਾਰ ਹੀ ਨਹੀਂ ਕੀਤੀ, ਸਮਝੇ ਨਹੀਂ ਉਹਨਾਂ ਦੀ ਗੱਲ ਨੂੰ, ਜੇ ਚਰ ਸ਼ਬਦ ਨਾ ਕਰੇ ਵਿਚਾਰ, ਤੇ ਜੀਵਨ ਕਿੱਦਾਂ ਦਾ ਹੋਵੇਗਾ? ਏਦਾਂ ਹੋ ਜਾਵੇਗਾ ਕਿ ਅਸੀਂ ਉੱਤੋਂ ਤੋਂ ਕਹਿ ਰਹੇ ਹਾਂ ਕਿ ਅਸੀਂ ਸਿੱਖ ਹਾਂ। ਮੈਨੂੰ ਯਾਦ ਹੋ ਗਿਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ। ਏਦਾਂ ਇਹ ਸ਼ਬਦ ਯਾਦ ਹੋ ਗਿਆ, ਮੈਂ ਰੋਜ਼ ਜਾਪ ਕਰ ਰਿਹਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ। ਵੀ ਏਦਾਂ ਗੁਰੂ ਸਾਹਿਬ ਨੇ ਕਿਹਾ, ਹੱਕ ਪਰਾਇਆ ਨਾਨਕਾ ਸੁਵਰ ਸੁਗਾਏ, ਹੱਕ ਨਹੀਂ ਮਾਰਨਾ ਪਰ ਮੈਂ ਹੱਕ ਮਾਰੀ ਜਾ ਰਿਹਾ। ਉਹ ਤੋਤਾ, ਜਿਵੇਂ ਤੋਤਿਆਂ ਦਾ ਰਾਜਾ, ਉਹ ਜਦੋਂ ਮਰਨ ਲੱਗਾ ਤੇ ਤੋਤੇ ਉਹਨੂੰ ਪੁੱਛਦੇ ਵੀ ਕੋਈ ਆਖਰੀ ਉਪਦੇਸ਼ ਦੇ ਕੇ ਜਾਓ, ਤੇ ਉਹ ਤੋਤਾ ਕਹਿੰਦਾ ਵੀ ਤੁਹਾਨੂੰ ਇਹ ਉਪਦੇਸ਼ ਦੇਣਾ, ਅਗਰ ਤੁਸੀਂ ਬਚਣਾ ਹੈ, ਅਗਰ ਤੁਹਾਡਾ ਪਾਲਣ ਪੋਸ਼ਣ ਸਹੀ ਹੋਵੇ
ਤੇ ਮੈਂ ਬਜ਼ੁਰਗ ਤੋਤਾ ਤੁਹਾਨੂੰ ਕਹਿਣਾ ਕੀ ਕਰਨਾ ਵੀ ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿਛਾਵੇਗਾ, ਤੁਸੀਂ ਚੁਗਣਾ ਨਹੀਂ, ਤੁਸੀਂ ਫਸਣਾ ਨਹੀਂ। ਹੁਣ ਉਹਨਾਂ ਨੇ ਯਾਦ ਕਰ ਲਿਆ, ਯਾਦ ਹੋ ਗਿਆ, ਤੋਤੇ ਬੋਲੀ ਜਾ ਰਹੇ ਨੇ ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿਛਾਵੇਗਾ, ਅਸੀਂ ਚੁਗਣਾ ਨਹੀਂ, ਅਸੀਂ ਫਸਣਾ ਨਹੀਂ। ਚੰਗੀ ਤਰ੍ਹਾਂ ਯਾਦ ਹੈ, ਸਵੇਰੇ ਵੀ ਜਪਦੇ ਨੇ, ਸ਼ਾਮ ਨੂੰ ਵੀ ਜਪਦੇ ਨੇ, ਜਾਂ ਕਹਿ ਲਓ ਕਿ 108 ਮਾਲਾ ਦੇ ਮਣਕੇ ਜਪੀ ਜਾ ਰਹੇ ਨੇ, ਜਪੀ ਜਾ ਰਹੇ ਨੇ, ਬੜੇ ਸੁਚੇਤ ਹੋ ਕੇ। ਪਰ ਸ਼ਿਕਾਰੀ ਆਇਆ, ਉਹਨੇ ਚੋਗਾ ਪਾਇਆ, ਤੋਤੇ ਆਏ, ਚੋਗਾ ਚੁਗਿਆ, ਫਸ ਵੀ ਗਏ, ਫਿਰ ਵੀ ਬੋਲੀ ਜਾ ਰਹੇ ਨੇ ਕਿ ਹਾਂ ਸਾਨੂੰ ਉਪਦੇਸ਼ ਯਾਦ ਹੈ। ਇਹ ਹਾਲ ਨਾ ਹੋਵੇ ਕਿ ਗੁਰੂ ਸਾਹਿਬ ਦੀ ਬਾਣੀ ਮੌਜੂਦ ਹੈ, ਗੁਰੂ ਸਾਹਿਬ ਜੀ ਦਾ ਉਪਦੇਸ਼ ਸਾਹਮਣੇ ਹੈ, ਫਿਰ ਵੀ ਏਦਾਂ ਮੈਂ ਸੋਚ ਰਿਹਾ ਕਿ 10 ਮੈਸੇਜ ਮੈਂ ਕਿਸੇ ਨੂੰ ਭੇਜਾਂ, ਜਾਂ ਗੁਰੂ ਨਾਨਕ ਪਾਤਸ਼ਾਹ ਜੀ ਵਾਪਸ ਆਉਣਗੇ, ਹਾਂਜੀ ਕਿਸੇ ਗ੍ਰੰਥ ਵਿੱਚ ਲਿਖਿਆ ਹੈ ਜੀ, ਕਿਸੇ ਵੇਦ ਵਿੱਚ ਲਿਖਿਆ ਹੈ ਜੀ, ਉੱਥੇ ਲਿਖਿਆ ਹੈ ਕਿ ਕਲਯੁਗ ਵਿੱਚ ਫਿਰ ਇੱਕ ਵਾਰੀ ਆਉਣਗੇ। ਤੇ ਉਹ ਆਉਣਗੇ ਵੀ, ਚਲੋ ਮੰਨ ਲਓ ਕਿ ਆ ਗਏ, ਵੀ ਦਿੱਲੀ ਵਿੱਚ ਆ ਗਏ, ਅੰਦੋਲਨ ਹੋ ਰਿਹਾ, ਤੇ ਉਹ ਕੀ ਕਹਿਣਗੇ? ਜੋ ਉਹਨਾਂ ਨੇ ਕਰਨਾ ਤੇ ਕਹਿਣਾ ਹੈ ਉਹ ਤੁਹਾਡੇ ਕੋਲ ਬਾਣੀ ਰੂਪ ਵਿੱਚ ਮੌਜੂਦ ਹੈ। ਉਸ ਨੂੰ ਜਿਹੜਾ ਬੰਦਾ ਫੋਲੋ ਕਰੇ, ਜਿਹੜਾ ਸਿੱਖ ਰਿਹਾ ਹੈ, ਜਿਹੜਾ ਪੜ੍ਹ ਰਿਹਾ ਹੈ, ਜਿਹੜਾ ਵਿਚਾਰ ਵੀ ਰਿਹਾ ਹੈ ਕਿ ਬਈ ਸਾਡੇ ਆਗੂ ਨੇ ਦੱਸਿਆ ਆਵੇਗਾ, ਚੋਗਾ ਖਿਲਾਰ ਕੇ ਉਹਨੇ ਜਾਲ ਵਿਛਾਉਣਾ ਹੈ, ਅਸੀਂ ਫਸਣਾ ਨਹੀਂ। ਇਸ ਗੱਲ ਤੇ ਅਮਲ ਕਰੀਏ, ਜਿਚਰ ਸ਼ਬਦ ਨਾ ਕਰੇ ਵਿਚਾਰ, ਜਦੋਂ ਤੱਕ ਵਿਚਾਰ ਹੀ ਨਹੀਂ ਕੀਤੀ ਤੇ ਉਹ ਰਟਨ ਦਾ ਪੜਨ ਦਾ ਕੋਈ ਲਾਭ ਨਹੀਂ। ਹੁਣ ਇੱਥੇ ਵਿਚਾਰ ਇਹ ਹੈ ਕਿ ਸਾਧ ਸੰਗਤ ਵਿੱਚ ਜਾਏ ਕਿ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਗੁਰਸਿੱਖ ਕੌਣ ਹੈ? ਭਾਈ ਗੁਰਦਾਸ ਜੀ ਕਹਿੰਦੇ ਵੀ ਪਹਿਲਾਂ ਤੇ ਭਲ ਕੇ ਉੱਠ ਕੇ ਆਏ ਅੰਮ੍ਰਿਤ ਵੇਲੇ ਕਿ ਸੁਚੇਤ ਹੋ ਜਾਵਾਂ, ਸਰੀਰ ਨੂੰ ਸਾਫ਼ ਸੁਥਰਾ ਕਰਦਾ, ਇਸ਼ਨਾਨ ਕਰਦਾ ਕਿ ਮੈਂ ਸੁਚੇਤ ਹੋਵਾਂਗਾ। ਇਸ਼ਨਾਨ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਮੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ। ਹੁਣ ਉਹ ਸੁਰਤ ਉਧਰ ਕਰਦਾ ਧਰਮਸ਼ਾਲ ਵੱਲ, ਜਿੱਥੋਂ ਧਰਮ ਦੀ ਗੱਲ ਸਿੱਖਣੀ ਹੈ, ਜਿੱਥੇ ਧਰਮ ਸਿਖਾਇਆ ਜਾ ਰਿਹਾ, ਜਿੱਥੇ ਕੋਈ ਸੱਚ ਦੀ ਵਿਚਾਰ ਪੇਸ਼ ਕੀਤੀ ਜਾ ਰਹੀ ਹੈ, ਉਹਦੇ ਵਿੱਚ ਕਿਤੇ ਨਹੀਂ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਤੇ ਬੰਬ ਸੁੱਟ ਦੋ ਤੇ ਅਸੀਂ ਬੜੇ ਦੁੱਧ ਨਾਤੇ ਆ। ਉਹਦੇ ਵਿੱਚ ਨਹੀਂ ਇਹ ਦੱਸਿਆ ਜਾ ਰਿਹਾ ਜੋ ਇਹ ਲੋਕ ਕਰ ਰਹੇ ਨੇ ਜਾਂ ਅੱਜ ਜੋ ਹੋ ਰਿਹਾ ਹੈ। ਗੁਰੂ ਸਾਹਿਬ ਦੀ ਵਿਚਾਰ ਤੇ ਕਿਤੇ ਦੀ ਕਿਤੇ ਰਹਿ ਗਈ। ਕੇਵਲ ਤੇ ਕੇਵਲ ਮੈਂ ਮੇਰੀ ਹੈ, ਜਾਤ ਪਾਤ ਹੈ, ਹਾਂ ਝਗੜੇ ਹਨ, ਇਹ ਇੰਨੀ ਕੁ ਵਿਚਾਰ ਬੜਾ ਸਮੇਟ ਕੇ ਨਹੀਂ, ਖੁੱਲੇ ਅਸਮਾਨ ਦੇ ਵਿੱਚ ਜਾਂ ਖੁੱਲੀ ਉਡਾਰੀ ਦੇ ਵਿੱਚ ਨੂੰ ਵੇਖੋ, ਯੂਨੀਵਰਸਲ ਪੂਰੇ ਸੰਸਾਰਕ ਪੱਧਰ ਤੇ ਅਗਰ ਵੇਖੋ ਤੇ ਇਹ ਹੈ ਕਿ ਗੁਰੂ ਸਾਹਿਬ ਜੋ ਕਹਿ ਰਹੇ ਨੇ, ਦੱਸ ਰਹੇ ਨੇ, ਜੋ ਵੀ ਸਿੱਖਣ ਆ ਰਿਹਾ, ਜੋ ਮੱਥਾ ਟੇਕਣ ਆ ਰਿਹਾ, ਵੀ ਠੀਕ ਪ੍ਰਵਾਨ ਤੇਰਾ। ਕੋਈ ਸਿੱਖ ਨਹੀਂ ਲੜਦਾ ਬਈ ਤੂੰ ਮੁਸਲਮਾਨ ਕਿਉਂ ਸਾਡੇ ਗੁਰਦੁਆਰੇ 'ਚ ਮੱਥਾ ਟੇਕਣ ਆਇਆ, ਕੋਈ ਕਿਸੇ ਨਾਲ ਕੋਈ ਝਗੜਾ ਨਹੀਂ। ਇਹ ਮੇਰ ਤੇਰ ਨਾ ਸਿੱਖਾਂ ਵਿੱਚ, ਆਮ ਇਨਸਾਨ ਵਿੱਚ ਵੀ ਆ ਨਹੀਂ। ਜਿਵੇਂ ਮੇਰੀ ਗੱਡੀ ਪੈਂਚਰ ਹੋ ਜਾਵੇ ਨਾ, ਤੇ ਮੈਂ ਇਹ ਥੋੜਾ ਵੇਖਣਾ ਹੈ ਕਿ ਮੁਸਲਮਾਨ ਹੈ ਪੈਂਚਰ ਲਗਾਉਣ ਵਾਲਾ, ਨਹੀਂ। ਇਹ ਚੀਜ਼ ਤੇ ਸਾਨੂੰ ਮੀਡੀਆ ਸ਼ਾਇਦ ਦੱਸਦਾ ਹੋਵੇਗਾ ਜਾਂ ਕੋਈ ਹੋਰ ਲੋਕ ਜੋ ਸ਼ਰਾਰਤੀ ਨੇ ਉਹ ਸਮਝਾਉਂਦੇ ਹੋਣਗੇ। ਸਿੱਖ ਇਹ ਨਹੀਂ ਵੇਖ ਰਿਹਾ ਕਿ ਕਣਕ ਤੋਲਣ ਵਾਲਾ ਕੌਣ ਹੈ, ਚੱਕੀ ਕਿਸ ਦੀ ਹੈ, ਕਿੱਥੋਂ ਆਟਾ ਪੀਸ ਕੇ ਆਇਆ। ਕੋਈ ਇਨਸਾਨ ਏਦਾਂ ਨਹੀਂ ਸੋਚਦਾ। ਤੁਹਾਨੂੰ ਰਿਕਸ਼ੇ ਦੀ ਲੋੜ ਹੈ ਤੇ ਤੁਸੀਂ ਕੋਈ ਰਿਕਸ਼ਾ ਅਗਰ ਵੇਖ ਰਹੇ ਹੋ ਤੇ ਤੁਸੀਂ ਇਹ ਨਹੀਂ ਵੇਖੋਗੇ ਕਿ ਆ ਹਿੰਦੂ ਰਿਕਸ਼ਾ ਚਲਾ ਰਿਹਾ, ਸਰਦਾਰ ਚਲਾ ਰਿਹਾ, ਸਿੱਖ ਤੇ ਮੈਂ ਇਹਦੇ ਤੇ ਬਹਿਣਾ, ਇਹਦੇ ਤੇ ਨਹੀਂ ਬਹਿਣਾ। ਕੋਈ ਇਨਸਾਨ ਐਵੇਂ ਨਹੀਂ ਕਰਦਾ ਕਿਉਂਕਿ ਪਰਮਾਤਮਾ ਦੀ ਅੰਸ਼ ਹਰ ਇੱਕ ਦੇ ਵਿੱਚ ਹੈ। ਉਹ ਏਦਾਂ ਦਾ ਸੁਭਾਅ ਉਹਨੇ ਬਣਾਇਆ ਹੀ ਨਹੀਂ। ਇਹ ਤਾਂ ਕੁਝ ਲੋਕ ਚਲੋ ਆਪਣਾ ਇੱਕ ਪੱਖ ਪੇਸ਼ ਕਰਦੇ ਨੇ। ਹੁਣ ਏਦਾਂ ਇਹ ਸੱਚ ਦੀ ਵਿਚਾਰ, ਚੰਗੀ ਸਿੱਖਿਆ ਜਿਹਦੇ ਨਾਲ ਜ਼ਿੰਦਗੀ ਸਹੀ ਚੱਲੇ, ਸਾਡੀ ਪਾਲਣਾ ਪੋਸ਼ਣਾ ਠੀਕ ਹੋਵੇ, ਉਹ ਹਨ ਸਤਿਗੁਰੂ ਜੀ, ਸੱਚਾ ਗਿਆਨ। ਜਿਹੜਾ ਇਸ ਚੀਜ਼ ਨੂੰ ਮੰਨ ਰਿਹਾ, ਸਿੱਖ ਰਿਹਾ ਤੇ ਮੱਥਾ ਟੇਕ ਰਿਹਾ ਵੀ ਬਹੁਤ ਉੱਤਮ ਗਿਆਨ ਹੈ, ਸ਼੍ਰੇਸ਼ਟ ਹਨ ਗੁਰੂ ਸਾਹਿਬ ਤੇ ਮੈਂ ਸਿਰ ਝੁਕਾਉਣਾ, ਤੇ ਉਹ ਹੋ ਗਿਆ ਸਿੱਖ ਜਿਹੜਾ ਇਹ ਸਭ ਕੁਝ ਸਿੱਖਣ ਲਈ ਤਿਆਰ ਹੈ। ਸਾਹਿਬ ਕਹਿੰਦੇ ਭਈ ਕੀ ਉਦਮ ਕਰਦਾ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਹੁਣ ਜਦੋਂ ਪੂਰੀ ਕਲੋਨੀ ਗਈ ਮੱਥਾ ਟੇਕਣ, ਉਪਦੇਸ਼ ਸੁਣਿਆ ਵੀ ਕੋਈ ਕਿਸੇ ਦੇ ਘਰ ਚੋਰੀ ਨਹੀਂ ਕਰੇਗਾ, ਤੁਹਾਡੇ ਅੰਦਰੋਂ ਜਦੋਂ ਭੁੱਖ ਮਾਰ ਦਿੱਤੀ ਮਾਇਆ ਦੀ ਕਿ ਤੁਸੀਂ ਏਦਾਂ ਨਹੀਂ ਰੱਜਣਾ, ਤੁਸੀਂ ਕਿਸੇ ਦੇ ਘਰੋਂ ਪੈਸਾ ਲੁੱਟ ਕੇ ਨਹੀਂ ਰੱਜੋਗੇ, ਸਬਰ ਸੰਤੋਖ ਨਾਲ ਰੱਜੋਗੇ, ਉਹ ਗਿਆਨ ਸਾਰਿਆਂ ਨੂੰ ਹੋ ਗਿਆ।
ਤੇ ਸਭ ਦੇ ਦੁੱਖ ਦੂਰ ਹੋ ਗਏ। ਹੁਣ ਦੁਖੀ ਤੇ ਮੈਂ ਐਸੇ ਕਰਕੇ ਆ ਕਿ ਮੇਰੇ 4 ਚੁਫੇਰੇ ਪਾਪ ਹੋ ਰਿਹਾ ਜਾਂ ਮੇਰੇ ਅੰਦਰ ਪਾਪ ਹੈ ਤੇ ਮੈਂ ਦੁਖੀ ਆ। ਹੁਣ ਉਹ ਪਾਪ ਦੂਰ ਜਿਸਨੇ ਕੀਤਾ ਉਹ ਹਨ ਸਤਿਗੁਰੂ ਜੀ, ਸੱਚਾ ਗਿਆਨ ਜਿਨੇ ਹਨੇਰਾ ਇਹ ਮੁਕਾਇਆ ਹੈ। ਤੇ ਜਿਹੜੇ ਜਿਹੜੇ ਇਸ ਚੀਜ਼ ਨੂੰ ਮੰਨ ਰਹੇ ਨੇ, ਸਿੱਖ ਰਹੇ ਨੇ, ਭਾਵੇਂ ਉਹ ਵਿਦੇਸ਼ ਵਿੱਚ ਨੇ, ਵੇਖੋ ਜਦੋਂ ਉਹਨਾਂ ਨੇ ਸਮਝਿਆ ਵੀ ਇਹ ਬਹੁਤ ਉੱਤਮ ਗਿਆਨ ਹੈ ਤੇ ਉਹ ਕਹਿੰਦੇ ਜੀ ਅਸੀਂ ਵੀ ਕੇਸ ਦਾੜਾ ਰੱਖਾਂਗੇ, ਅਸੀਂ ਵੀ ਅੰਮ੍ਰਿਤਪਾਨ ਕਰਾਂਗੇ, ਅਸੀਂ ਵੀ ਗੁਰੂ ਦੇ ਸਿੱਖ ਬਣਾਂਗੇ, ਅਸੀਂ ਵੀ ਆ ਸਿੱਖਿਆ ਲੈਣ ਲਈ ਤਿਆਰ ਹਾਂ। ਹੁਣ ਉਹ ਸਾਰੀ ਸਾਂਝੀ ਸਿੱਖਿਆ ਜਿਹੜੀ ਵਿਚਾਰ ਗੁਰੂ ਸਾਹਿਬ ਦੀ ਦਿੱਤੀ ਹੋਈ, ਜਿਹੜਾ ਵੀ ਉਹ ਸਿੱਖਦਾ ਉਹ ਹੋ ਗਿਆ ਸਿੱਖ। ਹੁਣ ਪ੍ਰਤਪਾਲ ਲਗਭਗ ਇਹ ਚੀਜ਼ ਸਪਸ਼ਟ ਹੋ ਗਈ ਆਪਣੀ ਸਾਰੀ ਵਿਚਾਰ ਵਿੱਚ ਆਰੰਭ ਵਿੱਚ ਹੀ ਕਿ ਜਿਵੇਂ ਬੱਚੇ ਨੂੰ ਅਸੀਂ ਪਾਲਦੇ ਹਾਂ ਤੇ ਉਹਦਾ ਖਿਆਲ ਕਰ ਰਹੇ ਹਾਂ ਵੀ ਉਹਦੀ ਖੁਰਾਕ ਚੰਗੀ ਹੋਵੇ, ਉਹਦੀ ਪੁਸ਼ਾਕ ਚੰਗੀ ਹੋਵੇ, ਉਹ ਚੰਗਿਆਂ ਬੰਦਿਆਂ ਵਿੱਚ ਬਵੇ, ਉਹ ਮਾੜੇ ਲੋਕਾਂ ਵਿੱਚ ਨਾ ਜਾਏ। ਗੁਰੂ ਸਾਹਿਬ ਵੀ ਇਹੀ ਕਰ ਰਹੇ ਨੇ, ਉਹਨਾਂ ਦੀ ਸਿੱਖਿਆ ਵੀ ਇਹੀ ਕਰ ਰਹੀ ਹੈ ਵੀ ਤੁਸੀਂ ਬਿਲਕੁਲ ਮੈਲੀਆਂ ਥਾਵਾਂ ਤੇ ਨਹੀਂ ਜਾਣਾ, ਭਾਵ ਕਿ ਜਿੱਥੇ ਵਿਕਾਰ ਹੀ ਕਮਾਏ ਜਾ ਰਹੇ ਨੇ, ਤੁਸੀਂ ਪਾਪ ਵੱਲੋਂ ਬਚਣਾ ਹੈ, ਤੁਸੀਂ ਆਹ ਚੀਜ਼ ਕਰਨੀ ਹੈ, ਆਹ ਚੀਜ਼ ਨਹੀਂ ਕਰਨੀ। ਹੁਣ ਉਹ ਰਸਤਾ, ਉਹ ਮਾਰਗ ਜਦੋਂ ਉਹਦੇ ਤੇ ਅਸੀਂ ਤੁਰਾਂਗੇ ਸਾਡੀ ਪ੍ਰਤਪਾਲਣਾ ਆਪੇ ਹੋਈ ਗਈ। ਪਰ ਏਦਾਂ ਨਹੀਂ ਕਿ ਕੇਵਲ ਮਤਲਬ ਗੁਰੂ ਸਾਹਿਬ ਪਿਆਰ ਕਰ ਰਹੇ ਨੇ ਕਿ ਜਿਹੜੇ ਜਿਹਨੇ ਕੇਸ ਰੱਖੇ, ਦਾੜਾ ਰੱਖਿਆ, ਉਹ ਸਾਰੇ ਮੈਂ ਪਾਲਾਂਗਾ, ਉਹਨਾਂ ਦੀ ਰਾਖੀ ਕਰਾਂਗਾ, ਦੂਜਿਆਂ ਨੂੰ ਮਾਰ ਦਿਆਂਗਾ। ਨਹੀਂ, ਅਕਾਲ ਪੁਰਖ ਨੂੰ ਜਿਨੇ ਜਾਣਿਆ ਉਹ ਹੈ ਸਤਿਗੁਰੂ। ਗੁਰੂ ਨਾਨਕ ਜੀ ਕੱਲੇ ਆਪਣੇ ਆਪ ਨੂੰ ਨਹੀਂ ਕਹਿ ਰਹੇ ਕਿ ਮੈਂ ਸਤਿਗੁਰੂ ਹਾਂ। ਜਾਂ ਜਦੋਂ ਅਸੀਂ ਜਾਣਦੇ ਹਾਂ ਤੇ ਫਸਟ ਸਾਡੇ ਅੰਦਰ ਜੋ ਸਭ ਤੋਂ ਪਹਿਲਾਂ ਹਲਚਲ ਆਉਂਦੀ ਦਿਮਾਗ ਵਿੱਚ ਉਹ ਏਦਾਂ ਆਉਂਦੀ ਕਿ 10 ਗੁਰੂ ਸਾਹਿਬਾਨ ਹੀ ਇੰਨਾ ਕਿ ਅਸੀਂ ਸੋਚ ਰਹੇ ਹਾਂ। ਜੇ ਕੋਈ ਕਹਿ ਦੇ ਕਿਸੇ ਨੂੰ ਵੀ ਅੱਛਾ ਭਗਤ ਕਬੀਰ ਜੀ ਕੋਲ ਚੱਲੇ ਹੋ ਤੇ ਉਹ ਕਹੇਗਾ ਨਹੀਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਚੱਲੇ ਆ। ਤੇ ਹਕੀਕਤ ਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਘਰ ਚੱਲੇ ਆ, ਗੁਰੂ ਦੁਆਰੇ ਚੱਲੇ ਆ, ਧਰਮਸ਼ਾਲ ਵਿੱਚ ਚੱਲੇ ਆ ਜਿੱਥੇ ਧਰਮ ਸਿਖਾਇਆ ਜਾ ਰਿਹਾ। ਸਾਨੂੰ ਸਾਡੇ ਅੰਦਰ ਕੋਈ ਮਤਭੇਦ ਨਹੀਂ ਹੈ ਕਿ ਇਹ ਰਵਿਦਾਸ ਜੀ ਦਾ ਸ਼ਬਦ ਸੀ ਜਾਂ ਭਗਤ ਸਦਨੇ ਜੀ ਦਾ ਸੀ ਜਾਂ ਭਈ ਰਾਮਾਨੰਦ ਜੀ ਦਾ ਸੀ। ਸਾਡੇ ਅੰਦਰ ਕੋਈ ਇਹ ਮਤਭੇਦ ਨਹੀਂ ਹੈ। ਪਰ ਹਾਂ ਉਹ ਥੋੜੀ ਜਿਹੀ ਓਪਰੀ ਵਿਚਾਰ ਜ਼ਰੂਰ ਹੈ ਕਿ ਸਾਨੂੰ ਏਦਾਂ ਹੀ ਜੇ ਲੱਗੇ ਇੰਨਾ ਕਿ ਬਸ 10 ਗੁਰੂ ਸਾਹਿਬਾਨ 10 ਪਾਤਸ਼ਾਹੀਆਂ ਨਹੀਂ, ਸਤਿਗੁਰੂ ਭਾਵ ਉਹ ਗਿਆਨ ਜਿਨਨੇ ਸਾਨੂੰ ਦੱਸਿਆ ਜਾਂ ਜਿਸ ਗਿਆਨ ਦੇ ਕਰਕੇ ਅਸੀਂ ਸੁਖੀ ਵਸਣਾ, ਸਾਡੀ ਪ੍ਰਤਪਾਲਣਾ ਹੋਣੀ ਹੈ। ਹੁਣ ਉਹ ਗਿਆਨ ਅਗਰ ਨਾ ਹੋਏ ਤੇ ਉਹਦਾ ਨਤੀਜਾ ਇਹ ਹੈ ਕਿ ਹਰ ਇੱਕ ਇਨਸਾਨ ਬੇਈਮਾਨੀ ਕਰੇਗਾ, ਹਰ ਇੱਕ ਇਨਸਾਨ ਝੂਠ ਬੋਲੇਗਾ। ਜਾਂ ਮਤਲਬ ਕਿ ਮੈਂ ਅਗਰ ਬੜੇ ਆਰਾਮ ਨਾਲ ਸੋ ਰਿਹਾ ਤੇ ਜ਼ਰੂਰੀ ਨਹੀਂ ਹੈ ਕਿ ਤਾਲੇ ਲੱਗਣ ਦੀ ਵਜ੍ਹਾ ਨਹੀਂ ਸੋ ਰਿਹਾ। ਬਈ ਲੋਕਾਂ ਵਿੱਚ ਧਰਮ ਹੈ, ਕਈ ਦੁਕਾਨਦਾਰ ਦੁਕਾਨ ਛੱਡ ਕੇ ਇੱਧਰ ਉੱਧਰ ਹੋ ਗਏ, ਹਰ ਇੱਕ ਪਾਸੇ ਧਰਮ ਮੌਜੂਦ ਹੈ। ਐਸਾ ਨਹੀਂ ਕਿ ਧਰਮ ਬਿਲਕੁਲ ਹੀ ਖਤਮ ਹੋ ਗਿਆ, ਹਰ ਇੱਕ ਚੀਜ਼ ਦਾ ਤਰੀਕਾ ਹੈ। ਕੁਛ ਲੋਕੀ ਹੈ ਨੇ ਵਿੱਚ ਅਧਰਮੀ ਬਹੁਤ ਹੀ ਪਾਪੀ, ਉਹ ਹਲਚਲ ਪੈਦਾ ਕਰਦੇ ਨੇ, ਪਰ ਸਭ ਪਾਸੇ ਫਿਰ ਵੀ ਧਰਮ ਹੈ, ਪਰਮਾਤਮਾ ਦਾ ਇੱਕ ਹੁਕਮ ਹੈ। ਹੁਣ ਉਹ ਸੱਚਾ ਗਿਆਨ ਜੋ ਸਾਰਿਆਂ ਨੂੰ ਸਾਂਝਾ ਇੱਕ ਉਪਦੇਸ਼ ਦੇ ਰਹੇ ਹਨ, ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਜੀ, ਜਿਨ੍ਹਾਂ ਦੀ ਵਿਚਾਰਧਾਰਾ ਨਾਲ ਜਿਹੜਾ ਸਹਿਮਤ ਸਿੱਖ ਰਿਹਾ ਉਹ ਸਿੱਖ ਹੋ ਗਿਆ ਤੇ ਪ੍ਰਤਪਾਲਣਾ ਉਹਦੀ ਆਪਣੇ ਆਪ ਹੀ ਹੋ ਗਈ। ਕਿਉਂਕਿ ਮੈਂ ਹੁਣ ਇੱਕ ਸਿਆਣੇ ਮਾਤਾ ਪਿਤਾ ਦੇ ਲੜ ਲੱਗ ਕੇ ਉਹਨਾਂ ਦੀ ਉਂਗਲ ਫੜ ਕੇ ਜ਼ਿੰਦਗੀ ਜੀਵਾਂ ਤੇ ਬਹੁਤ ਚੰਗਾ ਹੈ। ਹੁਣ ਮੈਂ ਇੱਕ ਅਣਜਾਣ ਜਿਹੇ ਬੱਚੇ ਨੂੰ ਆਪਣੀ ਉਂਗਲ ਫੜਾਵਾਂ ਤੇ ਫੇਰ ਮੈਂ ਅੱਗੇ ਤੁਰਾਂ ਤੇ ਉਹ ਥੋੜਾ ਮੁਸ਼ਕਲ ਹੈ, ਉਹ ਠੀਕ ਨਹੀਂ ਹੈ। ਮੇਰੇ ਕੋਲ ਜਦੋਂ ਬਹੁਤ ਹੀ ਸੂਝਵਾਨ ਸਿਆਣਾ ਸੱਜਣ ਮੌਜੂਦ ਹੈ, ਮਾਤਾ ਪਿਤਾ ਮੌਜੂਦ ਹੈ, ਤੇ ਮੈਂ ਛੋਟੇ ਜਿਹੇ ਬੱਚੇ ਨੂੰ ਉਂਗਲ ਕਿਉਂ ਪਕੜਾਵਾਂ ਆਪਣੀ। ਹੁਣ ਏਦਾਂ ਹੀ ਜਦੋਂ ਮੇਰੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਮੌਜੂਦ ਹੈ, ਸਰਵਉੱਚ ਬਾਣੀ ਮੌਜੂਦ ਹੈ, ਤਾਂ ਫਿਰ ਮੈਂ ਉਹਨਾਂ ਨੂੰ ਹੀ ਆਪਣੀ ਉਂਗਲ ਪਕੜਾਵਾਂ, ਕੋਸ਼ਿਸ਼ ਕਰਾਂ ਕਿ ਹਾਂ ਐਸੇ ਗੁਰੂ ਸਾਹਿਬ ਨੂੰ ਹੀ ਮੱਥਾ ਟੇਕੀਏ, ਉਹਨਾਂ ਕੋਲੋਂ ਗਿਆਨ ਲਈਏ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ।
ਹੁਣ ਉਹ ਵਿਚਾਰ ਕੇ ਪ੍ਰਤਪਾਲਣਾ ਗੁਰੂ ਸਾਹਿਬ ਨੇ ਸਾਡੀ ਇਉਂ ਕਰਨੀ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸੇਵਕ ਹੋਇਆ ਜਿਹੜਾ ਸਿੱਖਣ ਆਇਆ। ਹੁਣ ਜੋ ਸਿੱਖਣ ਆਇਆ ਸੇਵਕ, ਤੇ ਉਹ ਸੇਵਾ ਜੋ ਗੁਰੂ ਸਾਹਿਬ ਦੀ ਕਰਨ ਲਈ ਤਿਆਰ ਹੈ। ਸੇਵਾ ਭਾਵ ਜਿਵੇਂ ਅਸੀਂ ਕੋਈ ਨੌਕਰ ਰੱਖਿਆ ਨਾ, ਤੇ ਅਸੀਂ ਕਹੀਏ ਵੀ ਉਹ ਸਾਡੀ ਸੇਵਾ ਕਰਦਾ ਦਿਨ ਰਾਤ, ਤੇ ਉਹਦਾ ਭਾਵ ਹੈ ਕਿ ਮੈਂ ਉਹਨੂੰ ਕਿਹਾ ਵੀ ਪਾਣੀ ਲਿਆ, ਪਾਣੀ ਲੈ ਕੇ ਆਓ, ਤੇ ਉਹ ਪਾਣੀ ਲੈ ਕੇ ਆਵੇ। ਹਾਂ ਬਈ ਰੋਟੀ ਲੈ ਕੇ ਆਓ, ਰੋਟੀ ਲੈ ਕੇ ਆਵੇ। ਜੋ ਮੈਂ ਕਹਿ ਰਿਹਾ ਉਹ ਮੰਨੇ, ਤੇ ਉਹ ਗੋਲਾ ਹੋ ਗਿਆ। ਹੁਣ ਏਦਾਂ ਹੀ ਅਸੀਂ ਗੁਰੂ ਸਾਹਿਬ ਦੇ ਗੋਲੇ ਹੋਏ, ਅਸੀਂ ਲਾਲੇ ਗੋਲੇ ਗੁਰੂ ਸਾਹਿਬ ਦੇ। ਹੁਣ ਉਹ ਗੁਰੂ ਸਾਹਿਬ ਜੋ ਕਹਿ ਰਹੇ ਨੇ ਮੈਂ ਉਹ ਮੰਨਾਂ। ਕੱਲਾ ਇਹ ਨਹੀਂ ਕਿ ਦਰੀਆਂ ਝਾੜੀਆਂ ਚਾਦਰਾਂ ਵਿਛਾਈਆਂ ਗੁਰੂ ਸਾਹਿਬ ਦੇ ਦਰ ਘਰ ਤੇ ਜਾ ਕੇ ਤੇ ਸੇਵਾ ਹੋ ਗਈ, ਝਾੜੂ ਲਗਾਇਆ। ਸੇਵਾ ਭਾਵ ਸੇਵਕ ਕਿ ਜਿਹੜਾ ਹਰ ਹੁਕਮ ਮੰਨਣ ਲਈ ਤਿਆਰ। ਗੁਰੂ ਸਾਹਿਬ ਜੀ ਆਪ ਜੀ ਨੇ ਕਿਹਾ ਵਿਕਾਰਾਂ ਤੋਂ ਪਿੱਛੇ ਹਟਣਾ ਹੈ, ਤੇ ਮੈਂ ਕੋਸ਼ਿਸ਼ ਕਰਾਂਗਾ ਦਿਨ ਰਾਤ ਕਿ ਹਾਂ ਹਟਾਂ। ਹੁਣ ਐਸਾ ਸੇਵਕ, ਉਹਦੇ ਤੇ ਗੁਰੂ ਸਾਹਿਬ ਬੜੇ ਦਿਆਲੂ ਨੇ ਕਿ ਮੇਰੀ ਹਰ ਗੱਲ ਮੰਨਦਾ ਹੈ। ਤੇ ਗੁਰੂ ਸਾਹਿਬ ਦੀ ਦਇਆ ਇਹ ਹੋਈ ਕਿ ਗੁਰੂ ਸਾਹਿਬ ਉਸ ਨੂੰ ਸਿੱਖਿਆ ਦੇ ਰਹੇ ਨੇ, ਸਿੱਖ ਕੀ ਗੁਰ ਦੁਰਮਤ ਮਲ ਹੀ ਰਹਿ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਹੁਣ ਗੁਰੂ ਸਾਹਿਬ ਨੇ ਉਸੇ ਦੀ ਪ੍ਰਤਪਾਲਣਾ ਕੀਤੀ, ਜਿਨ੍ਹਾਂ ਨੇ ਆ ਕੇ ਸਿੱਖਿਆ ਲਈ, ਜਿਨ੍ਹਾਂ ਨੇ ਸਮਝਿਆ। ਹੁਣ ਏਦਾਂ ਤੇ ਨਹੀਂ ਹੈ ਵੀ ਕੋਈ ਅੱਤਵਾਦੀ ਕੈਂਪ ਹੈ ਤੇ ਉਹਨਾਂ ਨੇ ਕਦੇ ਕਿਸੇ ਗ੍ਰੰਥ ਨੂੰ, ਕਿਸੇ ਧਰਮ ਦੀ ਵਿਚਾਰ ਨੂੰ ਮੰਨਿਆ ਹੀ ਨਹੀਂ ਹੈ ਤੇ ਉਹਨਾਂ ਦਾ ਭਲਾ ਹੋ ਜਾਵੇ। ਹੁਣ ਵੀ ਜੋ ਮੰਨੇਗਾ, ਸੁਣੇਗਾ, ਸਮਝੇਗਾ, ਵਿਚਾਰੇਗਾ, ਉਸੇ ਦਾ ਹੀ ਭਲਾ ਹੈ, ਉਸੇ ਦੀ ਪ੍ਰਤਪਾਲਣਾ ਹੋਵੇਗੀ। ਹੋਰ ਬੰਦਾ ਭਟਕਣਾ ਦੇ ਵਿੱਚ ਹੈ, ਵਿਕਾਰਾਂ ਦੇ ਵਿੱਚ ਹੈ, ਦੁੱਖ ਦੇ ਵਿੱਚ ਹੈ। ਸੋ ਸਮਾਂ ਜੋ ਹੈ ਮਿਲਿਆ ਹੋਇਆ ਉਹ ਸਮਾਪਤ ਹੋ ਗਿਆ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਸੋ ਮੈਂ ਪਹਿਲੀ ਵਾਰੀ ਇੱਕ ਵਿਚਾਰ ਮੈਂ ਜ਼ਰੂਰ ਸਾਂਝੀ ਕਰਾਂ। ਏਦਾਂ ਮੈਂ ਲੈਕਚਰ ਜੀਵਨ ਵਿੱਚ ਪਹਿਲੀ ਵਾਰੀ ਦੇ ਰਿਹਾ। ਜ਼ਿਆਦਾਤਰ ਮੈਂ ਕੰਟੀਨਿਊ ਕਥਾ ਹੀ ਕੀਤੀ ਹੈ, ਗੁਰਬਾਣੀ ਸ਼ਬਦ ਵਿਚਾਰ ਦੀ। ਫਿਲਾਸਫੀ ਵੈਸੇ ਮੇਰਾ ਫੇਵਰੇਟ ਸਬਜੈਕਟ ਹੈ, ਪਰ ਮੈਨੂੰ ਲੱਗਦਾ ਕਿ ਕਾਫੀ ਸਾਰੀਆਂ ਕਮੀਆਂ ਰਹਿ ਗਈਆਂ, ਜਾਂ ਮੈਂ ਕੰਟੀਨਿਊ ਬੋਲਿਆ ਜਿਸ ਵਿਚਾਰ ਤੇ ਜੋ ਮੇਰੀ ਆਪਣੀ ਵਿਚਾਰ ਹੈ। ਇੱਕ ਹੈ ਕਿ ਜਿਵੇਂ ਜਿਸ ਤਰ੍ਹਾਂ ਸਾਹਮਣੇ ਲਿਖਿਆ, ਜਿਸ ਤਰ੍ਹਾਂ ਕਿਸੇ ਪ੍ਰਚਾਰਕ ਨੇ ਬੋਲਿਆ ਮੈਂ ਸੁਣ ਕੇ ਤੇ ਉਸੇ ਤਰ੍ਹਾਂ ਹੂਬਹੂ ਕਹਿ ਦੇਵਾਂ, ਕਰ ਦੇਵਾਂ। ਪਰ ਜੋ ਮੇਰੀ ਖੁਦ ਹੀ ਆਪਣੀ ਮੇਰੇ ਥਾਟਸ ਨੇ, ਜੋ ਮੈਂ ਜਿੰਨਾ ਕੁ ਸਮਝਦਾ, ਵਿਚਾਰਦਾ, ਉਹੀ ਵਿਚਾਰ ਮੈਂ ਸਾਧ ਸੰਗਤ ਜੀ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਵੀਰ ਜੀ, ਆਪ ਜੀ ਅਖੀਰ ਤੇ ਕੋਈ ਵਿਚਾਰ ਪੇਸ਼ ਕਰਨੀ ਚਾਹੋ, ਜਾਂ ਜਿੰਨੀ ਵਿਚਾਰ ਹੋਈ ਇਸ ਬਾਰੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਬਹੁਤ ਹੀ ਤੁਸੀਂ ਸਰਲ ਤਰੀਕੇ ਦੇ ਨਾਲ ਸਾਨੂੰ ਇਸ ਗਿਆਨ ਗੋਸ਼ਟੀ ਵਿੱਚ ਪਾਇਆ ਹੈਗਾ। ਮੈਂ ਆਪਣੇ ਵੀਰ ਗੁਰਵਿੰਦਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਗਿਆਨ ਪਲੀਜ਼। ਗੁਰਵਿੰਦਰ ਜੀ। ਗੁਰਵਿੰਦਰ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤੇ ਮੈਂ ਮਾਫੀ ਚਾਹੁੰਦਾ, ਥੋੜਾ ਜਿਹਾ ਲੇਟ ਜੁਆਇਨ ਕੀਤਾ, ਤੇ ਜਿੰਨਾ ਕੁ ਮੈਂ ਬਾਅਦ ਵਿੱਚ ਸਰਵਣ ਕੀਤਾ ਹੈ ਵੀਰ ਜੀ ਪਾਸੋਂ, ਬਹੁਤ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਸਮਝਾਇਆ। ਔਰ ਸਾਨੂੰ ਇਸ ਪੱਖ ਤੋਂ ਦੇਖਣ ਦਾ ਅੱਜ ਇੱਕ ਕੋਸ਼ਿਸ਼ ਕਰਨੀ ਪਏਗੀ ਵੀ ਜਿੱਥੇ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਹੋਰ ਅਰਦਾਸ ਕਰਦੇ ਹਾਂ ਕਿ ਤਨ ਦੀ ਅਰੋਗਤਾ, ਪਰ ਵੇਖਣਾ ਪਏਗਾ ਵੀ ਸਤਿਗੁਰੂ ਜੀ ਆਪਣੇ ਕਿਹੜੇ ਸਿੱਖ ਨੂੰ ਕਿਹੜੀ ਦੇ ਅਰੋਗਤਾ ਦੇਣਾ ਚਾਹੁੰਦੇ ਹਨ, ਉਹਦੀ ਕਿਹੜੀ ਪਾਲਣਾ ਕਰਨਾ ਚਾਹੁੰਦੇ ਹਨ, ਤੇ ਕਿਵੇਂ ਉਹਨੂੰ ਸਵਾਰਨਾ ਚਾਹੁੰਦੇ ਸਨ। ਉਹ ਕਿਹੜੇ ਸਿੱਖ ਨੂੰ ਸਵਰਿਆ ਹੋਇਆ ਵੇਖਣਾ ਚਾਹੁੰਦੇ ਨੇ, ਜਿਹਦੇ ਨਾਲ ਉਹਦੀ ਕੌਮ, ਉਹਦਾ ਪੰਥ ਚੜ੍ਹਦੀ ਕਲਾ ਵਿੱਚ ਹੋਵੇ। ਤੇ ਉਹ ਬਹੁਤ ਪਿਆਰਾ ਸ਼ਬਦ ਹੈ, ਇਹ ਪਦੇ ਅੰਦਰ ਪੂਰੀ ਗੱਲ ਇੰਟਰਨਲ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਤੇ ਵੀਰ ਜੀ ਉਹਨਾਂ ਨੇ ਬਹੁਤ ਖੂਬਸੂਰਤ ਢੰਗ ਦੇ ਨਾਲ ਸਾਨੂੰ ਸਮਝਾਇਆ ਵੀ ਹੈ। ਤੇ ਬਸ ਉਹੀ ਇੰਨੀ ਕੁ ਗੱਲ ਹੈਗੀ ਹੈ ਵੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹੀ ਰਹਿ। ਤੇ ਜਿੱਦਣ ਆਪ ਲਈ ਦੁਰਮਤ ਦੂਰ ਹੋ ਗਈ ਤੇ ਆਟੋਮੈਟਿਕਲੀ
ਸਿੱਖ ਦੇ ਬਚਨਾਂ ਵਿੱਚ ਗੁਰੂ ਦਾ ਬਚਨ ਵਸੇਗਾ, ਸਿੱਖ ਦੀ ਸੋਚ ਵਿੱਚ ਗੁਰੂ ਦੀ ਸੋਚ ਹੋਵੇਗੀ, ਇਹਦੇ ਬੋਲਾਂ ਵਿੱਚ ਗੁਰੂ ਦੇ ਬੋਲ ਹੋਣਗੇ, ਇਹਦੀ ਕਰਨੀ ਵਿੱਚ ਗੁਰੂ ਵਾਲੀ ਕਰਨੀ ਹੋਏਗੀ, ਇਹਦੀ ਚਾਲ ਗੁਰੂ ਵਾਲੀ ਚਾਲ ਹੋ ਜਾਣੀ ਹੈ ਆਟੋਮੈਟਿਕਲੀ ਜਿੱਦਣ ਇਹਦੀ ਉਰਮਤ ਹੋ ਗਈ ਦੂਰ। ਤੇ ਧੰਨਵਾਦ ਹੈ ਭਾਈ ਸਾਹਿਬ ਜੀ ਹੁਣਾਂ ਦਾ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।